हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणिक भगत वैराग। गुरु ग्रंथ साहिब उदद बंदो कार्य अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। चौपई पेखत रूप ना नैन अगाए। करन राग सुन नह तृप्ताए। घ्राण सुगंध सदा ही चाहै। रसना स्वाद है ते ना हटाहै। पेखत रूप ना नैन अगाए। वाहिगुरु जी का खालसा वाहिगुरु जी की फतेह। सतगुरु गरीब निवाज पतित पावन धन धन श्री गुरु नानक देव साहिब जी महाराज। अमृत के दाते पंथ दे वाली धन धन श्री गुरु गोबिंद सिंह साहिब जी महाराज। दसे गुरु साहबाना दी आत्मक जोत जागदी जोत चवर छतर सिंघासन। तख्त दे मालक धन धन श्री गुरु ग्रंथ साहिब जी महाराज। सतगुरु जी दी साजी निवाजी गुरु रूप गुरु प्यारी साध संगत जीओ। आप गुरु की संगतां ने संध्या तो समय तो हाजरी भर के गुरु जी की धुर की बाणी दे जाप सरवण कीते हन। महाराज जी दी बाणी सरवण करके नतमस्तक हो करके गुरु महाराज जी दीयां खुशियां प्राप्त कीतियां हन। इस मनुखा जन्म का लाहा प्राप्त किया है। धन धन श्री गुरु नानक देव महाराज जी की महान पावन पवित्र कथा का समा होया है। जिवें आप जी ने सरवण किया सी कि गुरु महाराज सुल्तानपुर तो बाहर जो मुर्दा घाट वाली स्थान है उत्थे बैठे हैं। इधर जिहड़ा है गुरु जी का सौरा मूल चंद वो पखो के रंधावा तो चल के पिंड आया सुल्तानपुर। ते इत्थे आके जदों अपनी धी सुलखणी का सारा दुख सुनिया है बहुत गुस्सा ज़्यादा आया। बुल फरकदे है अखां लाल कर लियां। जिथे महाराज बैठे हुए सन वो मुर्दा घाट विच उत्थे चलिया गया। तो जिहड़ा बड़े बोल को बोल बोलने शुरू कर दिते महाराज जी नूं। सच्चे पातशाह जी भी जिहो जे साडे पिता हन उहो जी साडे सौरा मूल चंद जी है। गुरु जी कोई वचन नहीं बोले। महाराज चुप कीते रहे।
ਇਸ ਨੇ ਜਾ ਕੇ ਆਪਣਾ ਜੋ ਸਿਆਮਾ ਪੰਡਤ ਨਾਲ ਲਿਆਂਦਾ ਸੀ ਉਹਨੂੰ ਸਾਰੀ ਗੱਲ ਕਹੀ। ਉਹ ਕਹਿੰਦਾ ਵੀ ਚਲੋ ਤੁਹਾਡੇ ਨਾਲ ਚੱਲਦਾ ਹਾਂ, ਤੁਹਾਡੇ ਜਵਾਈ ਗੁਰੂ ਨਾਨਕ ਨੂੰ ਸਮਝਾਉਂਦੇ ਹਾਂ। ਇੱਥੇ ਆ ਕੇ ਫਿਰ ਉਹ ਸਿਆਮਾ ਪੰਡਤ ਮਹਾਰਾਜ ਜੀ ਨੂੰ ਕਹਿਣ ਲੱਗ ਪਿਆ, ਕਹਿੰਦਾ ਵੀ ਤੁਸਾਂ ਨੇ ਤੇ ਆ ਬੱਚਿਆਂ ਵਾਲੀ ਜਿਹੜੀ ਅਕਲ ਮੱਤ ਉਹ ਧਾਰਨ ਕਰ ਲਈ ਹੈ। ਸਾਰੀਆਂ ਗੱਲਾਂ ਤੁਸਾਂ ਨੇ ਆ ਕੱਚੀਆਂ ਕੀਤੀਆਂ ਹੋਈਆਂ। ਆ ਜਿਹੜੀ ਭੈੜੀ ਥਾਂ ਮੜੀਆਂ ਕਬਰਾਂ ਜਿੱਥੇ ਲੋਕ ਵੇਖਣਾ ਨਹੀਂ ਚਾਹੁੰਦੇ, ਤੁਸੀਂ ਉੱਥੇ ਕਿੰਨਾ ਪ੍ਰੇਮ ਧਾਰ ਕੇ ਬੈਠੇ ਹੋਏ ਹੋ। ਤੁਹਾਨੂੰ ਥੋੜ੍ਹਾ ਬਹੁਤਾ ਸੋਚਣਾ ਚਾਹੀਦਾ ਸੀ। ਫਿਰ ਤੁਸਾਂ ਨੇ ਆ ਭੇਖ ਧਾਰਨ ਕੀਤਾ, ਖਫਣੀ ਪਾ ਲਈ ਹੈ ਸਰੀਰ ਦੇ ਉੱਪਰ। ਤੁਸਾਂ ਨੇ ਤੇ ਆਪਣੇ ਮਾਤਾ ਪਿਤਾ ਦੀ ਵੀ ਜਿਹੜੀ ਉਹ ਲੱਜਿਆ ਸ਼ਰਮ ਨਹੀਂ ਕੀਤੀ ਕਿ ਕੀ ਕਹਿਣਗੇ ਸਾਨੂੰ। ਇਹ ਸਿਆਮਾ ਪੰਡਤ ਨੇ ਮਹਾਰਾਜ ਜੀ ਨੇ ਇਹੋ ਜਿਹੇ ਬੋਲ ਜੇ ਬੋਲੇ ਹੈ। ਗੁਰੂ ਜੀ ਨੇ ਬਸੰਤ ਰਾਗ ਦੇ ਵਿੱਚ ਉਹ ਸ਼ਬਦ ਉਚਾਰਨ ਕਰਕੇ ਕਿਹਾ ਕਿ ਇਹ ਪੰਡਤ, ਰਾਜਾ ਬਾਲਕ ਨਗਰੀ ਕਾਚੀ, ਕਿ ਜਿਹੜਾ ਤੁਸੀਂ ਕਿਹਾ ਵੀ ਤੁਸਾਂ ਨੇ ਬੁੱਧ ਧਾਰਨ ਕਰ ਲਈ ਬੱਚਿਆਂ ਵਾਲੀ, ਸਭ ਗੱਲਾਂ ਕੱਚੀਆਂ ਹੀ ਹੈ। ਮਹਾਰਾਜ ਕਹਿੰਦੇ ਹਾਂ ਪੰਡਤ, ਇਹ ਜਿਹੜਾ ਮਨ ਰਾਜਾ ਹੈ ਇਹ ਬੱਚਿਆਂ ਦੀ ਨਿਆਈ ਹੈ, ਬੜਾ ਚੰਚਲ ਹੈ। ਇਹ ਜਿਹੜੀ ਸਰੀਰ ਰੂਪੀ ਕੱਚੀ ਨਗਰੀ ਹੈ ਦੇਹ, ਇਹ ਰਾਜਧਾਨੀ ਵਿੱਚ ਰਹਿ ਰਿਹਾ ਮਨ ਚੰਚਲ ਬਾਲਕ, ਇਹਦਾ ਦੁਸ਼ਟਾਂ ਨਾਲ ਪਿਆਰ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਦੋਂ ਗੁਰੂ ਜੀ ਨੇ ਇਹੋ ਜਿਹੇ ਬਚਨ ਕਹੇ ਹੈ, ਗੁਰੂ ਜੀ ਦਾ ਸਹੁਰਾ ਬੋਲਿਆ ਹੈ ਬਾਅਦ 'ਚ, ਕਹਿੰਦਾ ਵੀ ਜੇ ਤੁਹਾਨੂੰ ਇਹੋ ਜਿਹੀਆਂ ਗੱਲਾਂ ਦਾ ਪਤਾ ਸੀ ਕਿ ਮਨ ਬਾਲਕ ਬੜਾ ਬੇਈਮਾਨ ਹੈ, ਬੜਾ ਚੰਚਲ ਹੈ, ਇਹਦਾ ਤੇ ਮੋਹ ਪ੍ਰੇਮ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ ਇਹ ਚੰਬੜਿਆ ਰਹਿੰਦਾ ਹੈ, ਤੇ ਤੁਸਾਂ ਨੇ ਵਿਆਹ ਕਾਹਨੂੰ ਕਰਾਇਆ? ਵਿਆਹ ਕਰਾ ਲਿਆ, ਸਾਨੂੰ ਵੀ ਦੁਖੀ ਕਰ ਦਿੱਤਾ, ਮੇਰੀ ਧੀ ਨੂੰ ਵੀ ਦੁਖੀ ਕਰ ਦਿੱਤਾ। ਐਵੇਂ ਗੁਰੂ ਜੀ ਨੂੰ ਬੜੇ ਬੋਲ ਬੋਲੇ ਹੈ। ਫਿਰ ਮਹਾਰਾਜ ਜੀ ਨੇ ਹੋਰ ਸ਼ਬਦ ਉਚਾਰਨ ਕੀਤਾ ਕਿ ਭੀਤਰ ਅਗਨ ਬਨਾਸਪਤ ਮੌਲੀ, ਸਾਗਰ ਪੰਡੈ ਪਾਇਆ, ਚੰਦ ਸੂਰਜ ਦੋਏ ਘਰ ਹੀ ਭੀਤਰ, ਐਸਾ ਗਿਆਨ ਨਾ ਪਾਇਆ। ਆਪਣੇ ਸਹੁਰਾ ਜੀ ਨੂੰ ਸਮਝਾਇਆ ਸ਼ਬਦ ਦੇ ਰਾਹੀਂ। ਆਪਾਂ ਵਿਚਾਰ ਸਰਵਣ ਕਰ ਲਈ ਸੰਪੂਰਨ। ਇਸ ਤਰ੍ਹਾਂ ਮਹਾਰਾਜ ਜਦੋਂ ਵੀ ਕੋਈ ਕਿਸੇ ਦਾ ਉਧਾਰ ਕਰਨਾ ਹੁੰਦਾ, ਜਾਂ ਤਾਂ ਭਾਈ ਮਰਦਾਨਾ ਜੀ ਨੂੰ ਸਬੱਬ ਬਣਾ ਲੈਂਦੇ, ਜਾਂ ਗੁਰੂ ਮਹਾਰਾਜ ਆਪ ਹੀ ਉਹ ਸਬੱਬ ਬਣ ਜਾਂਦੇ ਸੀ। ਗੁਰੂ ਜੀ ਨੇ ਕਿਵੇਂ ਬਾਣੀ ਦੇ ਉਚਾਰਨ ਕਰਕੇ ਸਹੁਰਾ ਮੂਲ ਚੰਦ ਅਤੇ ਸ਼ਿਆਮਾ ਪੰਡਤ ਨੂੰ ਸਿੱਖਿਆ ਦਿੱਤੀ। ਸ਼ਿਆਮਾ ਪੰਡਤ ਸੁਣ ਕੇ ਸਮਝ ਗਿਆ, ਪਰ ਗੁਰੂ ਜੀ ਦਾ ਸਹੁਰਾ ਕਹਿਣ ਲੱਗਾ ਕਿ ਪੰਡਿਤ ਜੀ ਚਲੋ ਚੱਲੀਏ, ਤੇ ਹਠੀਆ ਜਿਰਿਆ ਹੋ ਗਿਆ, ਮਤ ਦਾ ਬਾਵਲਾ ਹੋ ਗਿਆ ਹੈ। ਕੀ ਮੂੰਹ ਕਹੀ ਜਾਂਦੇ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਜੋ ਦਿਲ ਤੇ ਵਿੱਚ ਆ ਜਾਂਦਾ ਫੁਰਨਾ, ਉਹ ਮੂੰਹ 'ਤੇ ਗੱਲ ਆ ਜਾਂਦੀ, ਉਹ ਕਹਿ ਦਿੰਦੇ ਹੈ। ਇਹ ਉਹ ਸਮਝ ਨਹੀਂ ਆਈ, ਕਿਉਂਕਿ ਅਗਿਆਨ ਦਾ ਪਰਦਾ ਹੈ। ਸਮਝ ਆ ਜਾਂਦੀ ਹੈ ਅੰਤਲੇ ਸਮੇਂ ਜਾ ਕੇ ਗੁਰੂ ਜੀ ਦੇ ਸਹੁਰਾ ਨੂੰ ਵੀ, ਪਿਤਾ ਕਲਿਆਣ ਚੰਦ ਜੀ ਨੂੰ ਵੀ। ਇਹ ਆਪਾਂ ਪ੍ਰਸੰਗ ਕੱਲ੍ਹ ਸਰਵਣ ਕੀਤਾ ਸੀ ਵਿਸਥਾਰ ਨਾਲ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ, ਆਪਾਂ ਸਰਵਣ ਕਰੀਏ ਕਿ ਗੁਰੂ ਜੀ ਨੇ ਉਹ ਬਚਨ ਕਹੇ ਸੀ ਜਦੋਂ ਮੂਲ ਚੰਦ ਬੋਲਿਆ ਕਿ ਚਲੋ ਚੱਲੀਏ, ਤੇ ਹਠੀਆ ਜਿਰਿਆ ਹੋ ਗਿਆ ਹੈ। ਇਹਨੇ ਨਹੀਂ ਸਮਝਣਾ ਕਿਸੇ ਦੀ ਗੱਲ, ਨਾ ਕਿਸੇ ਦਾ ਕਹਿਆ ਸੁਣਦੇ ਹੈ, ਨਾ ਕਿਸੇ ਦਾ ਕਹਿਆ ਮੰਨਦੇ ਹੀ ਹੈ। ਤੇ ਗੁਰੂ ਜੀ ਕਹਿਣ ਲੱਗੇ ਵੀ ਹਾਂ ਠੀਕ ਹੈ ਜੀ, ਕਹਿਆ ਸੁਣ ਹੈ ਨਾ ਖਾਇਆ ਮਨ ਹੈ, ਤਿਨਾ ਹੀ ਸੇਤੀ ਵਾਸਾ। ਇਹ ਮਨੁੱਖ ਜਿਹੜਾ ਹੈ ਜਦੋਂ ਬਿਰਧ ਹੋ ਜਾਂਦਾ, ਤੇ ਇਹਦਾ ਕੋਈ ਕਹਿਆ ਹੋਇਆ ਕੋਈ ਨਹੀਂ ਸੁਣਦਾ ਘਰ ਵਿੱਚ, ਨਾ ਇਹਦਾ ਖਾਧਾ ਹੀ ਮੰਨਦੇ ਹੈ, ਜਾਂ ਖਾਧਾ ਤੇ ਮੰਨ ਲੈਂਦੇ ਆ, ਕਹਿਆ ਹੋਇਆ ਨਹੀਂ ਕੋਈ ਸੁਣਦੇ।
ਪਰ ਇਹ ਬਜ਼ੁਰਗ ਦਾ ਇਹਨਾਂ ਨਾਲ ਹੀ ਪ੍ਰੇਮ ਪਿਆਰ ਵਾਸਾ ਹੈ, ਫਿਰ ਵੀ ਕਹਿੰਦਾ ਮੇਰੇ ਆਪਣੇ ਹੀ ਹੈ। ਤੇ ਗੁਰੂ ਜੀ ਕਹਿਣ ਲੱਗੇ ਕਿ ਹੇ ਪੰਡਿਤ ਜੀ, ਪ੍ਰਣਮਤ ਨਾਨਕ ਦਾਸਨ ਦਾਸਾ, ਤੂੰ ਹਰੀ ਪਰਮੇਸ਼ਰ ਦੇ ਦਾਸਾਂ ਦਾ ਦਾਸ ਹੋ। ਇਹ ਗਾੜੀ ਜਿਹੜਾ ਮਨ ਹੈ ਅੱਗੇ, ਇਹਦਾ ਸੁਭਾਅ ਤਾਂ ਇਹੋ ਜਿਹਾ ਵੀ ਖਿਨ ਤੋਲਾ ਖਿਨ ਮਾਸਾ, ਪਦਾਰਥਾਂ ਨੂੰ ਪਾ ਲਵੇ ਤੇ ਇਹ ਤੋਲੇ ਵਾਂਗੂ ਭਾਰਾ ਹੋ ਜਾਂਦਾ ਹੈ। ਪਦਾਰਥ ਚਲੇ ਜਾਣ, ਚੀਜ਼ਾਂ ਹੱਥੋਂ ਚਲੀਆਂ ਜਾਣ ਤੇ ਇਹ ਖਿਨ ਮਾਤਰ ਵਿੱਚ ਇਹ ਹੌਲਾ ਹੋ ਜਾਂਦਾ ਹੈ, ਮਾਸੇ ਵਾਂਗ ਨਿਕੰਮਾ ਹੋ ਜਾਂਦਾ ਮਨ। ਜਿਹੜੀਆਂ ਇੰਦਰੀਆਂ ਹੈ ਇਹ ਵੀ ਆਖੇ ਨਹੀਂ ਲੱਗਦੀਆਂ, ਇਸ ਜੀਵ ਦੇ ਹਰ ਵਕਤ ਵਿਸ਼ੇ ਚਾਹੁੰਦੀਆਂ ਹਨ। ਉਹ ਜਿਵੇਂ ਅੱਗੇ ਕਥਾ ਵਿਚਾਰ ਆ ਰਹੇ ਆਪਾਂ ਸਰਵਣ ਕਰੀਏ। ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੇਖਤ ਰੂਪ ਨਾਨਨ ਅਗਾਏ। ਗੁਰੂ ਜੀ ਇੱਥੇ ਜੋ ਉਪਦੇਸ਼ ਉਚਾਰਨ ਕੀਤਾ ਵੀ ਕਹਿਆ ਸੁਣਿਆ ਹੈ, ਨਾ ਖਾਇਆ ਮਨ ਹੈ ਤੇ ਨਾ ਹੀ ਸੇਤੀ ਵਾਸਾਂ, ਉਹਦਾ ਇੱਥੇ ਅਰਥ ਹੋ ਰਿਹਾ ਕਵੀ ਜੀ ਵੱਲੋਂ ਕਿ ਜਿਹੜੇ ਨੈਣ ਹਨ, ਅੱਖਾਂ, ਇਹ ਰੂਪ ਵੇਖ ਵੇਖ ਕੇ ਰੱਜਦੀਆਂ ਨਹੀਂ ਹੈ। ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ। ਨਾ ਤੇ ਮੂੰਹ ਹੀ ਥੱਕਦਾ ਗੱਲਾਂ ਕਰਦਿਆਂ, ਨਾ ਇਹ ਕੰਨ ਹੀ ਰੱਜਦੇ ਆ ਸੁਣ ਸੁਣ ਕੇ, ਤੇ ਨਾ ਅੱਖਾਂ ਹੀ ਰੱਜਦੀਆਂ ਰੂਪ ਦੇਖ ਦੇਖ ਕੇ। ਇਹਨਾਂ ਅੱਖਾਂ ਨੂੰ ਵਿਸ਼ਾ ਚਾਹੀਦਾ ਹਰ ਵਕਤ। ਕਿੰਨੀ ਵੀ ਅੱਖਾਂ 'ਚ ਨੀਂਦ ਹੋਵੇ, ਕਿਸੇ ਵੇਲੇ ਮਨੁੱਖ ਅੱਖਾਂ 'ਚ ਨੀਂਦ ਹੁੰਦਾ ਹੋਇਆਂ ਵੀ ਆਪਣੀਆਂ ਅੱਖਾਂ ਬੰਦ ਨਹੀਂ ਕਰਦਾ, ਵੇਖੀ ਜਾਂਦਾ, ਕਿਉਂਕਿ ਅੱਖਾਂ ਨੂੰ ਵੰਨ ਸਵੰਨਾ ਵੇਖਣ ਨੂੰ ਚਾਹੀਦਾ ਹੈ। ਇਹ ਜਿਹੜੀਆਂ ਅੱਖਾਂ ਹਨ ਹੇ ਪੰਡਿਤ, ਇਹ ਰੂਪ ਨੂੰ ਵੇਖ ਵੇਖ ਕੇ ਰੱਜਦੀਆਂ ਨਹੀਂ ਹਨ। ਕਰਨ ਰਾਗ ਸੁਨ ਨਹਿ ਤ੍ਰਿਪਤਾਈ। ਜਿਹੜੇ ਕੰਨ ਹੈ ਇਹ ਵੰਨ ਸਵੰਨੇ ਜਿਹੜੇ ਰਾਗ ਹੈ, ਗਾਣੇ ਸਾਜ਼ ਹੈ, ਇਹਨਾਂ ਨੂੰ ਸੁਣ ਸੁਣ ਕੇ ਰੱਜਦੇ ਨਹੀਂ ਹਨ। ਘਰਾਣ ਸੁਗੰਧ ਸਦਾ ਹੀ ਚਾਹੈ। ਤੇ ਜਿਹੜਾ ਇਹ ਨੱਕ ਹੈ ਇਹ ਹਮੇਸ਼ਾ ਜਿਹੜੀ ਵੀ ਚੰਗੀ ਸੁਗੰਧੀ ਲਵਾਂ, ਚੰਗੀ ਮੈਨੂੰ ਵਾਸਨਾ ਆਵੇ, ਤਾਂ ਇਹ ਲੋਕ ਆ ਕਈ ਪਰਫਿਊਮ, ਕਈ ਸੈਂਟ ਆਦਿਕ ਵਰਤਦੇ ਸਰੀਰ ਉੱਪਰ, ਤਾਂ ਜੋ ਦੂਸਰੇ ਨੂੰ ਵੀ ਸੁਗੰਧੀ ਆਵੇ ਤੇ ਮੈਨੂੰ ਵੀ ਆਵੇ। ਇਹ ਕੰਨ ਜਿਹੜਾ ਨੱਕ ਹੈ ਇਹ ਚੰਗੀ ਜਿਹੜੀ ਸੁਗੰਧੀ ਲੈਣੋਂ ਨਹੀਂ ਰੱਜਦਾ। ਰਸਨਾ ਸਵਾਦ ਹੈ ਤੇ ਨਾ ਹਟਾ ਹੈ। ਜਿਹੜੀ ਜ਼ੁਬਾਨ ਹੈ ਰਸਨਾ, ਇਹ ਸਵਾਦਾਂ ਤੋਂ ਨਹੀਂ ਕਦੀ ਹਟਦੀ। ਕਦੀ ਨੂੰ ਤਿੱਖਾ ਚਾਹੀਦਾ, ਕਦੀ ਨੂੰ ਖੱਟਾ ਚਾਹੀਦਾ ਹੈ, ਕਦੀ ਨੂੰ ਨਮਕ ਵਾਲਾ, ਕਦੀ ਨੂੰ ਮਿੱਠਾ ਚਾਹੀਦਾ ਹੈ, ਕਦੀ ਨੂੰ ਕੜਵਾ ਚਾਹੀਦਾ ਹੈ। ਇਵੇਂ ਸਵਾਦਾਂ ਤੋਂ ਜਿਹੜੀ ਰਸਨਾ ਜ਼ੁਬਾਨ ਹੈ ਇਹ ਨਹੀਂ ਹਟਦੀ। ਤੁਚਾ ਸਪਰਸ਼ੈ ਕੋਮਲਤਾ ਸਾ। ਜਿਹੜੀ ਇਹ ਚਮੜੀ ਹੈ ਇਹ ਹਮੇਸ਼ਾ ਜਿਹੜੇ ਕੋਮਲ ਕੂਲਾਪਣ ਵਾਲੀਆਂ ਚੀਜ਼ਾਂ ਉਸ ਨੂੰ ਛੂਹਣਾ ਚਾਹੁੰਦੀਆਂ ਹਰ ਵਕਤ। ਭਇਓ ਸਦਾ ਇਨਹੁ ਸੋ ਵਾਸਾ। ਇਹ ਜਿਹੜਾ ਜੀਵ ਦਾ ਹੈ ਇਹਨਾਂ ਪੰਜੇ ਗਿਆਨ ਇੰਦਰੀਆਂ ਵਿੱਚ ਹੀ ਹਮੇਸ਼ਾ ਵਾਸਾ ਹੈ, ਇਹਨਾਂ ਨਾਲ ਹੀ ਇਹਦਾ ਨਿਵਾਸ ਹੈ। ਆਗੇ ਕੋ ਖਾਇਓ ਨਹਿ ਮਾਨੈ। ਇਹ ਜਿਹੜੀਆਂ ਗਿਆਨ ਇੰਦਰੀਆਂ ਹੈ ਜਾਂ ਕਰਮ ਇੰਦਰੀਆਂ ਹਨ, ਪਹਿਲਾਂ ਦਾ ਜਿਹੜਾ ਕੋਈ ਖਾਦਾ ਹੋਇਆ ਉਹਨੂੰ ਨਹੀਂ ਇਹ ਮੰਨਦੀਆਂ। ਭਾਵ ਜਿਹੜੀ ਇੱਕ ਵਾਰ ਚੀਜ਼ ਖਾ ਲਈ ਉਹਨੂੰ ਨਹੀਂ ਇਹ ਮੰਨਦੀ ਵੀ ਮੈਂ ਖਾ ਲਈ ਹੈ। ਇਹ ਅੱਖਾਂ ਇੱਕ ਵਾਰ ਰੂਪ ਵੇਖ ਲੈਂਦੀਆਂ, ਇਹ ਨਹੀਂ ਚਾਹੁੰਦੀਆਂ ਵੀ ਹੁਣ ਨਾ ਮੈਂ ਵੇਖਾਂ। ਇਹ ਬਸ ਨਵੇਂ ਤੋਂ ਨਵਾਂ ਚਾਹੁੰਦੀਆਂ ਹਨ। ਪਹਿਲਾਂ ਖਾਦਾ ਹੋਇਆ ਵੀ ਜੋ ਪਹਿਲਾਂ ਖਾਦਾ ਹੈ ਉਹੀ ਹੋਣਾ ਹੈ। ਇਹ ਪਹਿਲੇ ਖਾਦੇ ਨੂੰ ਨਹੀਂ ਮੰਨਦੀਆਂ,
ਹਮੇਸ਼ਾ ਨਵਾਂ ਹੀ ਚਾਹੁੰਦੀਆਂ ਕੁਝ। ਵਾਸਾ ਤਨਹੀ ਸੋ ਨਿਤ ਠਾਨੈ। ਇਹ ਤੇ ਇੰਦਰੀਆਂ ਹਮੇਸ਼ਾ ਹੀ ਉਹਨਾਂ ਵਿਸ਼ਿਆਂ ਦੇ ਨਾਲ ਹੀ ਜਿਹੜਾ ਵਾਸਾ ਚਾਹੁੰਦੀਆਂ ਹੈ। ਇਹ ਜਿਹੜਾ ਜੀਵ ਹੈ ਤੇ ਮਨ ਹੈ, ਹਮੇਸ਼ਾ ਨਵੇਂ ਨਵੇਂ ਵਿਸ਼ਿਆਂ ਵਿੱਚ ਹੀ ਵਾਸਾ ਨਿਵਾਸ ਚਾਹੁੰਦਾ ਆਪਣਾ। ਸੋਨ ਦਿਜ ਹੁਵੈ ਹਰ ਦਾਸਨ ਦਾਸਾ। ਇਹ ਜਿਹੜਾ ਸਿਆਮਾ ਦ੍ਰਿਜ ਬ੍ਰਾਹਮਣ ਸੀ, ਇਹ ਸੁਣ ਕੇ ਮਹਾਰਾਜ ਜੀ ਦਾ ਬਚਨ ਤੇ ਗੁਰੂ ਜੀ ਨੇ ਇਸ ਨੂੰ ਉਸ ਵਕਤ ਕਿਹਾ, ਹੇ ਬ੍ਰਾਹਮਣ ਸਿਆਮਾ ਪੰਡਿਤ ਜੀ ਸੁਣੋ, ਇਹ ਜਿਹੜਾ ਪਰਮੇਸ਼ਰ ਦਾ ਨਾਮ ਜੋ ਹਰੀ ਹੈ, ਮਾਲਕ ਪਰਮਾਤਮਾ, ਉਹਦੇ ਤੂੰ ਦਾਸਾਂ ਦਾ ਦਾਸ ਹੋ। ਬੰਦ ਹੈ ਸਦਾ ਪਾਏ ਸੁਖ ਰਾਸਾ। ਜਿਹੜੇ ਉਸ ਪਰਮੇਸ਼ਰ ਦੇ ਦਾਸਾਂ ਦੇ ਦਾਸ ਹੋ ਕੇ ਉਹ ਦਾਸਾਂ ਸੇਵਕਾਂ ਦੇ ਚਰਨੀ ਪੈਂਦੇ ਮੱਥਾ ਟੇਕਦੇ ਐ, ਉਹ ਹਮੇਸ਼ਾ ਹੀ ਸਾਰੇ ਸੁੱਖਾਂ ਦੇ ਰਾਸ ਜੋ ਪਰਮੇਸ਼ਰ ਨੂੰ ਪਾ ਲੈਂਦਾ ਹੈ। ਮਨ ਕੀ ਦਸ਼ਾ ਨਾ ਇੱਕ ਰਸ ਕਬਹੀ। ਬਾਕੀ ਪੰਡਤੀ ਜਿਹੜੀ ਮਨ ਦੀ ਦਸ਼ਾ ਹੈ ਉਹ ਹਮੇਸ਼ਾ ਕਦੇ ਇੱਕ ਰਸ ਨਹੀਂ ਰਹਿੰਦੀ। ਇਹਦੇ ਮਨ ਜਿਹੜਾ ਹੈ ਬਾਂਦਰ ਦੀ ਨਿਆਈ ਹੈ। ਪਾਏ ਪਦਾਰਥ ਤੋਲਾ ਤਬਹੀ। ਇਹ ਜੇ ਪਦਾਰਥਾਂ ਨੂੰ ਪਾ ਲਵੇ, ਕੋਈ ਚੀਜ਼ ਚਾਹੀਦੀ ਇਸ ਮਨ ਨੂੰ, ਉਹ ਮਿਲ ਜਾਵੇ ਤੇ ਤੋਲੇ ਵਾਂਗੂ ਇਹ ਭਾਰਾ ਹੋ ਜਾਂਦਾ ਹੈ। ਜਬ ਜਾਵਹਿ ਹੁਵੈ ਹਰਖ ਬਹੀਨਾ। ਤੇ ਜਦੋਂ ਇਹਦੇ ਕੋਲੋਂ ਚੀਜ਼ ਉਹ ਆਈ ਹੋਈ ਚਲੀ ਜਾਂਦੀ ਹੈ, ਖੁੱਸ ਜਾਂਦੀ ਹੈ, ਫਿਰ ਤੇ ਖੁਸ਼ੀ ਤੋਂ ਬਿਨਾਂ ਹੋ ਜਾਂਦਾ ਹੈ। ਮਾਸਾ ਸ਼ੋਕ ਵਿਖੈ ਤਹ ਚੀਨਾ। ਤੇ ਤੇ ਸ਼ੋਕ ਗਮ ਦੇ ਵਿੱਚ ਜਾਣਿਆ ਜਾਂਦਾ ਹੈ, ਫਿਰ ਮਾਸੇ ਵਾਂਗੂ ਹੌਲਾ ਜਿਹਾ ਹੋ ਜਾਂਦਾ ਹੈ। ਇਹ ਸੰਕੋਚ ਜਿਹਾ ਕਰਦਾ, ਸੁੰਗੜ ਜਾਂਦਾ ਮਨ। ਕਰਹੁ ਉਪਾਏ ਸਵਾਰਨ ਕਾਰਨਾ। ਇਸ ਕਰਕੇ ਪੰਡਿਤ ਜੀ ਇਸ ਨੂੰ ਸਵਾਰਨ ਵਾਸਤੇ ਮਨ ਨੂੰ ਜਿਹੜਾ ਕੋਈ ਉਪਾਅ ਹੀਲਾ ਯਤਨ ਕਰੋ। ਜਗ ਤੇ ਹੋਵਹਿ ਜੀਵ ਉਦਾਹਰਨ। ਜਿਹੜੇ ਉਪਰਾਲਾ ਹੀਲਾ ਕਰਦੇ ਹੋ ਅੰਤ ਨੂੰ ਇਹ ਸੰਸਾਰ ਦੇ ਉੱਪਰ ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਉਹ ਸੰਸਾਰ ਦੇ ਉੱਪਰੋਂ ਇਸ ਬੜੇ ਸੌਖੇ ਜੀਵ ਉਧਰ ਜਾਂਦੇ, ਤਰ ਜਾਂਦੇ ਹਨ। ਦੋਹਰਾ ਸੁਨ ਪੰਡਤ ਕਰ ਬੰਦ ਕੈ। ਸੁਣ ਕੇ ਸ਼ਿਆਮਾ ਪੰਡਿਤ ਨੇ ਆਪਣੇ ਦੋਵੇਂ ਹਾਥੀ ਜੋੜ ਕੇ ਨਮਸਕਾਰ ਪਗ ਕੀਨਾ। ਗੁਰੂ ਮਹਾਰਾਜ ਜੀ ਦੇ ਇਹੋ ਜਿਹੇ ਉਪਦੇਸ਼ ਵਾਲੇ ਬਚਨ ਸੁਣ ਕੇ ਤੇ ਚਰਨਾਂ ਤੇ ਨਮਸਕਾਰ ਕੀਤੀ ਹੈ। ਮਹਾਪੁਰਖ ਜਾਣੇ ਹਿਰਦੇ। ਹਿਰਦੇ ਵਿੱਚ ਜਾਣ ਲਿਆ ਵੀ ਇਹ ਜੋ ਮਹਾਪੁਰਖ ਪਰਮੇਸ਼ਰ ਹੈ ਉਹਨਾਂ ਦਾ ਹੀ ਸਰੂਪ ਹਨ। ਇਨ ਸਮ ਕੋ ਨਾ ਪਰਬੀਨਾ। ਵੀ ਮੈਂ ਤੇ ਇਹਨਾਂ ਦੇ ਵਰਗਾ ਜਿਹੜਾ ਪਰਬੀਨ ਅੰਤਰਜਾਮੀ ਸਿਆਣਾ ਉਹ ਨਹੀਂ ਕੋਈ ਦੇਖਿਆ। ਸੋਰਠਾ ਦੇਖ ਦੀਨਤਾ ਦਿਆਲ। ਇੱਧਰ ਜੋ ਗੁਰੂ ਨਾਨਕ ਸਾਹਿਬ ਜੀ ਦਿਆਲੂ ਕਿਰਪਾਲੂ ਹਨ, ਸ਼ਿਆਮਾ ਪੰਡਿਤ ਦੀ ਦੀਨਤਾ, ਇਹ ਨਿਮਰਤਾ ਗਰੀਬੀ ਦੇਖ ਕੇ ਦਇਆ ਦ੍ਰਿਸ਼ਟ ਦਿਜ ਪਰ ਕਰੀ। ਗੁਰੂ ਜੀ ਨੇ ਜਿਹੜਾ ਸ੍ਰੇਸ਼ਟ ਬ੍ਰਾਹਮਣ ਸ਼ਿਆਮਾ ਪੰਡਿਤ ਇਹਦੇ ਉੱਪਰ ਮਿਹਰ ਭਰੀ ਦ੍ਰਿਸ਼ਟੀ ਕੀਤੀ ਹੈ। ਜਗ ਕੇ ਬੰਦ ਵਿਸ਼ਾਲ। ਜਿਹੜੇ ਆ ਸੰਸਾਰ ਦੇ ਮੋਹ ਮਮਤਾ ਦੇ ਬੰਧਨ ਹੈ ਬੜੇ ਤਗੜੇ, ਜਿਹੜੇ ਮੋਹ ਮਮਤਾ ਦੇ ਸੰਗਲ ਹਨ ਪੈਰਾਂ ਲੱਤਾਂ ਨੂੰ ਪਏ ਹੋਏ, ਛੁਟਕ ਗਏ ਤਤਕਾਲ ਤਿਹ। ਇਹ ਪੰਡਿਤ ਸ਼ਿਆਮਾ ਦੇ ਉਸੇ ਵੇਲੇ ਉਹ ਛੁੱਟ ਗਏ ਹੈ, ਕਿਉਂਕਿ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ ਹੈ, ਜਿਹਦੇ ਕਰਕੇ ਜਿਹੜੇ ਬੰਧਨ ਹੈ ਮੋਹ ਮਮਤਾ ਦੇ ਉਸੇ ਵੇਲੇ ਹੀ ਛੁੱਟ ਗਏ ਹਨ। ਚੌਪਈ ਖਿਜ ਕੈ ਮੂਲਾ ਪੁਰ ਮਹਿ ਗਇਓ। ਇੱਧਰ ਜੋ ਗੁਰੂ ਜੀ ਦਾ ਸਹੁਰਾ ਹੈ ਮੂਲ ਚੰਦ, ਵੀ ਇਹ ਕਿਹੋ ਜਿਹੀਆਂ ਗੱਲਾਂ ਕਰਦਾ ਹੈ ਮੇਰਾ ਜਵਾਈ, ਖਿਜ ਕਰਕੇ ਤੋਂ ਸੁਲਤਾਨਪੁਰ ਨੂੰ ਚਲਿਆ ਗਿਆ ਵਾਪਸ। ਅਤ ਦੁਖ ਮਾਨ ਬਿਸਮ ਮਨ ਭਇਓ। ਬੜਾ ਜਿਹੜਾ ਦੁੱਖ ਮੰਨਦਾ ਮਨ ਵਿੱਚ ਤੇ ਬੜਾ ਹੈਰਾਨ ਪਰੇਸ਼ਾਨ ਦੁਖੀ ਜਿਹਾ ਹੋ ਰਿਹਾ ਏ ਮੂਲ ਚੰਦ। ਕੇਤਕ ਦਿਨ ਤਨਿਆ ਕੋ ਪਾਸੂ। ਕੇ ਪਾਸੂ ਆ ਕੁਝ ਕੁ ਦਿਨ ਆਪਣੀ ਸਪੁੱਤਰੀ ਸੁਲੱਖਣੀ ਦੇ ਕੋਲ
ਰਹਿਓ ਆਪ ਨਹਿ ਗਇਓ ਅਵਾਸੂ। ਆਪਣੀ ਧੀ ਸੁਲੱਖਣੀ ਦੇ ਕੋਲ ਕੋਈ ਦਿਨੇ ਮੂਲ ਚੰਦ ਰਿਹਾ ਹੈ, ਆਪਣੇ ਘਰ ਨਹੀਂ ਗਿਆ ਪੱਖੋਂ ਕੇ ਰੰਧਾਵਾ। ਸ੍ਰੀ ਨਾਨਕ ਸਥਾਨ ਮਸਾਨਾ। ਇੱਧਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਜੋ ਮੁਰਦਾ ਘਾਟ ਵਾਲੀ ਸਥਾਨ ਹੈ, ਜਿੱਥੇ ਆ ਕਬਰਾਂ ਤੇ ਮੜੀਆਂ ਹਨ, ਉਸ ਸਥਾਨ ਤੇ ਵੈਸੇ ਮਰੀਨ ਗੋਰ ਮਹਾਨਾ। ਗੁਰੂ ਮਹਾਰਾਜ ਇੱਥੇ ਬਹੁਤ ਕਬਰਾਂ ਤੇ ਮੜੀਆਂ ਹਨ, ਮੁਰਦੇ ਜਿੱਥੇ ਦੱਬੇ ਹੋਏ ਐ, ਸਾੜੇ ਹੋਏ ਐ, ਉੱਥੇ ਗੁਰੂ ਜੀ ਬਿਰਾਜਮਾਨ ਹੋ ਕੇ ਚੌਂਕੜਾ ਮਾਰ ਕੇ ਬੈਠੇ ਹਨ। ਜੇ ਨਰ ਜਨ ਹੈ ਮਨ ਕਛ ਭੇਵਾ। ਜਿਹੜੇ ਕੋਈ ਮਨੁੱਖ ਸਮਝਦਾਰ ਗਿਆਨਵਾਨ ਪੁਰਸ਼ ਹਨ ਤੇ ਗੁਰੂ ਮਹਾਰਾਜ ਜੀ ਦੀ ਮਹਿਮਾ ਦਾ ਭੇਦ ਜਾਣਦੇ ਹਨ। ਬੰਧਨ ਕਰ ਗਵਨ ਜਗ ਦੇਵਾ। ਉਹ ਤੇ ਜਗਤ ਦੇ ਮਾਲਕ ਮਹਾਰਾਜ ਜੀ ਨੂੰ ਜਦੋਂ ਵੇਖ ਲੈਂਦੇ ਵੀ ਬੈਠੇ ਹੋਏ ਗੁਰੂ ਜੀ, ਤੇ ਆਉਂਦਿਆਂ ਜਾਂਦਿਆਂ ਜਿਹੜਾ ਕੋਈ ਲੰਘਦਾ ਆਉਂਦੀ ਮਸਾਨ ਥਾਣੀ, ਮੁਰਦਾ ਘਾਟ ਥਾਣੀ, ਉਹ ਗੁਰੂ ਜੀ ਨੂੰ ਮੱਥਾ ਟੇਕ ਕੇ ਲੰਘਦੇ ਹਨ। ਅਸ ਪ੍ਰਕਾਰ ਰਹਿ ਬਹਿਰ ਅਸੀਨੇ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਉਹ ਸੁਲਤਾਨਪੁਰ ਤੋਂ ਬਾਹਰ ਹੀ ਇਹ ਜਿਹੜਾ ਮੁਰਦਾ ਘਾਟ ਵਾਲਾ ਸਥਾਨ, ਉੱਥੇ ਆਸਣ ਲਾ ਕੇ ਬੈਠੇ ਰਹਿੰਦੇ ਹਨ। ਬੀਤ ਗਏ ਜਬ 3 ਮਹੀਨੇ। ਇਸ ਤਰ੍ਹਾਂ ਉੱਥੇ ਬੈਠਿਆਂ ਹੀ ਜਦੋਂ ਗੁਰੂ ਮਹਾਰਾਜ ਜੀ ਨੂੰ ਰਹਿੰਦਿਆਂ 3 ਕੁ ਮਹੀਨੇ ਲੰਘ ਗਏ ਹਨ। ਲਖਮੀ ਦਾਸ ਜਨਮ ਤਬ ਲੀਨੋ। ਤਦੋਂ ਗੁਰੂ ਜੀ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਨੇ ਜਨਮ ਲੈ ਲਿਆ ਹੈ। 1551 ਬਿਕਰਮੀ ਸੰਮਤ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੋਇਆ, ਤੇ 3.5 ਸਾਲ ਬਾਅਦ 1554 ਬਿਕਰਮੀ ਸੰਮਤ ਵਿੱਚ ਬਾਬਾ ਲਖਮੀ ਦਾਸ ਦਾ ਜਨਮ ਹੋ ਗਿਆ। ਸਭ ਪਰਿਵਾਰ ਹਰਖ ਮਨ ਕੀਨੋ। ਸਾਰੇ ਪਰਿਵਾਰ ਨੇ ਬਹੁਤ ਹੀ ਖੁਸ਼ੀ ਮਨਾਈ ਕੀਤੀ ਹੈ। ਭਾਈ ਸੁਲੱਖਣੀ ਪ੍ਰਾਚ ਦਿਸ਼ਾ ਸੀ। ਇੱਧਰ ਜੋ ਮਾਤਾ ਸੁਲੱਖਣੀ ਜੀ ਹੈ, ਉਹ ਜਿਵੇਂ ਪੂਰਬ ਦੀ ਦਿਸ਼ਾ ਹੈ, ਜਿਵੇਂ ਸੂਰਜ ਚੜ੍ਹਦਾ ਜਿੱਧਰੋਂ ਪੂਰਬ ਦਿਸ਼ਾ ਵੱਲੋਂ ਚੜ੍ਹਦੀ ਦਿਸ਼ਾ ਵਰਗੇ ਹੋ ਗਏ। ਜਿਵੇਂ ਚੜ੍ਹਦੀ ਦਿਸ਼ਾ ਦੇ ਸੂਰਜ ਨਿਕਲਦਾ ਤੇ ਲਾਲੀ ਜੀ ਛਾ ਜਾਂਦੀ ਹੈ ਸਵੇਰੇ ਸਵੇਰ, ਇਸੇ ਤਰ੍ਹਾਂ ਮਾਤਾ ਸੁਲੱਖਣੀ ਜੀ ਦੇ ਮੁਖ ਉੱਪਰ ਖੁਸ਼ੀ ਦੀ ਲਾਲੀ ਛਾਈ ਹੋਈ ਹੈ, ਭਾਗਾਂ ਵਾਲੇ ਹੋ ਗਏ ਹਨ। ਉਗੇ ਸੂਰ ਸਸ ਜਨ ਜਸ ਰਾਸੀ। ਇੱਧਰ ਤੇ ਜੋ ਸੂਰਜ ਦੇ ਵਾਂਗ ਗਿਆਨ ਸਰੂਪ ਪਹਿਲਾਂ ਸ਼੍ਰੀ ਚੰਦ ਜੀ ਹੋਏ ਹੈ, ਤੇ ਹੁਣ ਜਿਹੜੇ ਹੈ ਚੰਦਰਮਾ ਵਾਂਗ ਜਸ ਫੈਲਾਉਣ ਵਾਲੇ ਵਿਰਾਗ ਰੂਪ ਲਖਮੀ ਦਾਸ ਜੀ ਪੈਦਾ ਹੋ ਗਏ ਹਨ। ਸ੍ਰੀ ਗੁਰ ਕੇ ਢਿਗ ਜਾਏ ਸੁਨਾਵਾ। ਇੱਧਰੋਂ ਕਿਸੇ ਦਾਸ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਜਾ ਕੇ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਘਰ ਇਵੇਂ ਦੂਸਰਾ ਸਾਹਿਬਜ਼ਾਦੇ ਦਾ ਜਨਮ ਹੋ ਗਿਆ ਹੈ, ਜਾ ਕੇ ਸੁਣਾਇਆ ਹੈ। ਮਨ ਜਿਨ ਕੋ ਰਸ ਏਕ ਸੁਹਾਵਾ। ਜਿਸ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਮਨ ਹੈ, ਇੱਕ ਰਸ ਵਿੱਚ ਹੀ ਸੋਭਨੀਕ ਹੋ ਰਿਹਾ ਹੈ, ਭਾਵ ਪੁੱਤਰ ਹੋ ਗਿਆ, ਕੋਈ ਖੁਸ਼ੀ ਨਹੀਂ ਹੈ। ਜੇ ਕੋਈ ਮੰਦਾ ਬੋਲ ਜਾਂਦਾ ਤੇ ਗੁਰੂ ਜੀ ਨੂੰ ਗਮੀ ਨਹੀਂ ਹੈ, ਸੋਗ ਨਹੀਂ ਹੈ, ਹਰਕ ਸੋਗ ਤੇ ਰਹਿ ਨਿਆਰੋ। ਇੱਕ ਸਮਾਨ ਹੀ ਜਿਨ੍ਹਾਂ ਦਾ ਮਨ ਜਿਹੜਾ ਸੋਭਨੀਕ ਹੋ ਰਿਹਾ ਹੈ। ਦੋਹਰਾ ਪਾਵ ਨਾ ਪਾਵਹਿ ਪੁਰ ਵਿਖੈ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਸੁਲਤਾਨਪੁਰ ਦੇ ਵਿੱਚ ਤੇ ਆਪਣਾ ਚਰਨ ਨਹੀਂ ਪਾਉਂਦੇ। ਅਤ ਪਾਵਨ ਉਦਿਆਨ। ਅਤ ਜਿਹੜਾ ਪਵਿੱਤਰ ਮੰਨਿਆ ਹੋਇਆ ਜੰਗਲ ਤੇ ਉਹ ਮੜੀਆਂ ਮਸਾਣਾ ਨੂੰ ਹੀ ਆਪਣੀ ਮੌਜ ਵਿੱਚ ਆ ਕੇ ਰਹਿ ਰਹੇ ਹਨ। ਵੈਸੇ ਨਿਸ ਬਾਸੁਰ ਤਹਾਂ। ਰਾਤ ਦਿਨ ਗੁਰੂ ਜੀ ਉਹ ਮੁਰਦਾ ਘਾਟ ਗੋਰ ਕਬਰਾਂ ਦੇ ਵਿੱਚ ਹੀ ਬੈਠੇ ਰਹਿੰਦੇ ਹਨ। ਉਦਰੇ ਸਰਬ ਮਸਾਨਾ। ਜਿੱਥੇ ਜਿੱਥੇ ਗੁਰੂ ਮਹਾਰਾਜ ਜੀ ਤੁਰੇ ਫਿਰੇ ਹੈ, ਉਹ ਮਸਾਣਾ ਵਿੱਚ ਸਾਰੇ ਥਾਂ ਹੀ ਅਨੇਕਾਂ ਜਿਹੜੇ ਸਾਰੇ ਮੁਰਦੇ ਸਨ ਉਹ ਉਧਰ ਗਏ ਹੈ, ਭਾਵ ਤਰ ਗਏ ਹੈ, ਬਚ ਗਏ ਹਨ।
ਜਿਹੜੀਆਂ ਰੂਹਾਂ ਭਟਕ ਰਹੀਆਂ ਸਨ, ਨਰਕਾਂ 'ਚ ਜਾ ਰਹੀਆਂ ਸਨ, ਉਹ ਸਾਰੀਆਂ ਦੇ ਸਾਰੀਆਂ ਰੂਹਾਂ ਜਿਹੜੀਆਂ ਉਧਰ ਗਈਆਂ ਹਨ। ਗੁਰੂ ਮਹਾਰਾਜ ਜੀ ਦਾ ਮਸਾਣ ਵਿੱਚ ਜਾਣ ਦਾ ਮਤਲਬ ਹੀ ਇਹੀ ਸੀ, ਇਹੀ ਕਾਰਨ ਸੀ, ਹੋਰ ਕੋਈ ਕਾਰਨ ਨਹੀਂ ਸੀ। ਉਹ ਜਿਹੜੇ ਜੀਵ ਸਨ ਉਹਨਾਂ ਦਾ ਉਧਾਰ ਕਰਨ ਵਾਸਤੇ ਸੱਚੇ ਪਾਤਸ਼ਾਹ ਉਹ ਮਸਾਣਾਂ ਵਿੱਚ ਗਏ ਸਨ। ਜਿੱਥੇ ਜਿੱਥੇ ਗੁਰੂ ਜੀ ਦਾ ਚਰਨ ਲੱਗ ਗਿਆ ਹੈ, ਉਹ ਮਸਾਣਾਂ ਵਿੱਚ ਜਿਹੜੇ ਮੁਰਦੇ ਦੱਬੇ ਸਾੜੇ ਸਨ, ਉਹ ਸਾਰੇ ਦੇ ਸਾਰੇ ਮੁਕਤ ਹੋ ਗਏ ਹਨ। ਚੌਪਈ ਮੁਖ ਤੇ ਭਖ ਹੈ ਸਤਿਗੁਰ ਬੈਨਾ। ਇੱਧਰ ਸਤਿਗੁਰੂ ਮਹਾਰਾਜ ਜੀ ਨਾਲੇ ਤੋਂ ਮਸਾਣਾਂ ਵਿੱਚ ਤੁਰੀ ਫਿਰੀ ਜਾਂਦੇ ਹਨ, ਨਾਲੇ ਮੁਖੋਂ ਐਵੇਂ ਕਹੀ ਜਾ ਰਹੇ ਹਨ, ਨਹ ਹਿੰਦੂ ਕੋ ਤੁਰਕ ਨਾ ਹੈ ਨਾ। ਗੁਰੂ ਜੀ ਕਹਿੰਦੇ ਵੀ ਨਾ ਤੇ ਇਸ ਜਗ ਦੇ ਵਿੱਚ ਕੋਈ ਹਿੰਦੂ ਹੀ ਅਸਲੀ ਹੈ, ਨਾ ਕੋਈ ਮੁਸਲਮਾਨ ਹੀ ਅਸਲੀ ਹੈ। ਜਗ ਮਹਿ ਹਿੰਦੂ ਤੁਰਕ ਨਾ ਕੋ। ਜੇ ਕੋਈ ਸਾਨੂੰ ਪੁੱਛ ਲਵੇ ਵੀ ਹਿੰਦੂ ਤੁਰਕ ਹੈ ਕਿ ਨਹੀਂ ਹੈ, ਤੇ ਮਹਾਰਾਜ ਕਹਿੰਦੇ ਅਸੀਂ ਕਹਿੰਦੇ ਆ ਇਸ ਸੰਸਾਰ ਵਿੱਚ ਨਾ ਦੇ ਕੋਈ ਹਿੰਦੂ ਹੀ ਅਸਲੀ ਹੈ, ਨਾ ਕੋਈ ਮੁਸਲਮਾਨ ਹੀ ਅਸਲੀ ਹੈ। ਝੂਠੇ ਨਾਮ ਧਰਾਵਹਿ ਦੋ। ਐਵੇਂ ਹੀ ਇਹਨਾਂ ਲੋਕਾਂ ਨੇ ਜਿਹੜਾ ਹੈ ਭੇਖ ਜਾ ਧਾਰ ਕੇ ਤੇ ਝੂਠੇ ਜਿਹੜੇ ਨਾਮ ਰੱਖਿਆ ਹੋਇਆ, ਵੀ ਕੋਈ ਕਹਿੰਦਾ ਮੈਂ ਹਿੰਦੂ ਹਾਂ, ਕੋਈ ਕਹਿੰਦਾ ਮੈਂ ਮੁਸਲਮਾਨ ਹਾਂ। ਕਿਉਂਕਿ ਮੁਸਲਮਾਨ ਤੇ ਉਹ ਹੈ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੈ। ਵੀ ਮੁਸਲਮਾਨ ਜਿਹੜਾ ਉਹ ਮੋਮ ਦਿਲ ਹੋਵੇ, ਨਰਮਾਈ ਵਾਲਾ ਹੋਵੇ, ਐਵੇਂ ਨਹੀਂ ਕਿ ਜੀਆਂ ਨੂੰ ਕੋਹ ਕੇ ਮਾਰੀ ਜਾਵੇ। ਜਿਹੜੀ ਅੰਦਰ ਮੈਲ ਹੈ ਪਾਪਾਂ ਦੀ, ਐਬਾਂ ਦੀ, ਦੋਸ਼ਾਂ ਦੀ, ਵਿਕਾਰਾਂ ਦੀ, ਉਸ ਮੈਲ ਨੂੰ ਦਿਲ ਤੋਂ ਧੋਵੇ, ਉਹ ਮੁਸਲਮਾਨ ਹੁੰਦਾ ਹੈ, ਦੂਸਰਾ ਕੋਈ ਮੁਸਲਮਾਨ ਨਹੀਂ ਹੈ। ਤੇ ਜੇ ਕੋਈ ਹਿੰਦੂ ਹੈ, ਵੀ ਹਿੰਦੂ ਕੌਣ ਹੈ? ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ। ਜਿਸ ਪਰਮੇਸ਼ਰ ਦਾ ਅਪਾਰ ਦਰਸ਼ਨ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ, ਉਸ ਰੂਪ ਨੂੰ ਸਲਾਉਣ ਵਾਲਾ ਹੋ ਕੇ ਸਲਾਉਣਾ ਕਰੇ, ਸਲਾਹੀ ਹੋ ਕੇ। ਪਰ ਇਹ ਸਲਾਉਂਦਾ ਕਿਹੜਾ ਹੈ? ਕੋਈ ਨਹੀਂ ਸਲਾਉਂਦਾ ਹੈ। ਉਹ ਚੀਨੀ ਬਸ ਸਮਝਾਲ ਬਣਾ ਲੇ ਵੀ ਧੋਤੀ ਪਾ ਲਈ ਹੈ, ਜਨੇਊ ਪਾ ਲਿਆ ਤੇ ਮੈਂ ਹੋ ਗਿਆ ਹਾਂ ਹਿੰਦੂ। ਤੇ ਗੁਰਬਾਣੀ ਚ ਆਉਂਦਾ ਹਿੰਦੂ ਕੇ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ। ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਵੀ ਸੂਤ ਜਨੇਊ ਨੂੰ ਪਾ ਕੇ ਜੇ ਬੁਰਿਆਈ ਕਰਦਾ, ਤੇ ਗੁਰੂ ਜੀ ਕਹਿੰਦੇ ਇਹੋ ਜਿਹਾ ਨਾਤਾ ਧੋਤਾ ਹਿੰਦੂ ਥਾਂ ਨਹੀਂ ਪਾਉਂਦਾ। ਹਿੰਦੂ ਤੇ ਉਹ ਹੈ ਜਿਹੜਾ ਦਰਸ਼ਨ ਰੂਪ ਅਪਾਰ, ਜਿਸ ਪਰਮੇਸ਼ਰ ਬੇਅੰਤ ਸਰੂਪ ਨੂੰ, ਜਿਹਦਾ ਦਰਸ਼ਨ ਬੜਾ ਬੇਅੰਤ ਅਪਾਰ ਹੈ, ਉਹਨੂੰ ਸ਼ਾਸਤਰਾਂ ਵਿੱਚ ਕਥਨ ਕੀਤਾ ਤੇ ਉਸ ਦਾ ਸਲਾਹਤਾ ਕਰੇ, ਉਹਨੂੰ ਸਲਾਉਣਾ ਕਰੇ, ਉਹ ਹਿੰਦੂ ਹੈ। ਉਧਰੋਂ ਮੁਸਲਮਾਨ ਉਹ ਹੈ ਜਿਹੜਾ ਮੋਮ ਦਿਲ ਹੋਵੇ ਤੇ ਜੀਆਂ ਨੂੰ ਨਾ ਕੋਹੇ, ਤੇ ਜਿਹੜੀ ਹੈ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰੇ, ਖੁਦਾ ਦੀ ਅਸੂਲਾਂ ਵਿੱਚ ਰਹਿ ਕੇ, ਤੇ ਉਹਨੂੰ ਮੁਸਲਮਾਨ ਕਿਹਾ ਜਾਂਦਾ ਹੈ। ਗੁਰੂ ਜੀ ਕਹਿੰਦੇ ਅਸਲ ਵਿੱਚ ਨਾ ਤੇ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ ਹੈ, ਐਵੇਂ ਝੂਠੇ ਜਿਹੜੇ ਨਾਮ ਰੱਖੇ ਐ ਦੋਵਾਂ ਨੇ। ਕੋ ਨਰ ਹੋਇ ਨਿਕਟ ਸੁਨਤ ਹੈ। ਕੋਈ ਜਿਹੜਾ ਮਨੁੱਖ ਹੈ ਲਾਗੋਂ ਕੋਲੋਂ ਲੰਘਦਿਆਂ ਹੋਇਆਂ ਨੇੜੇ ਨੇੜੇ ਹੋ ਕੇ ਸੁਣਦਾ ਵੀ ਇਹ ਕੀ ਕਹੀ ਜਾ ਰਹੇ ਹਨ। ਪੁਰ ਮਹਿ ਅਪਰਨ ਮਿਲਤ ਭਨਤ ਹੈ। ਤੇ ਸੁਲਤਾਨਪੁਰ ਵਿੱਚ ਜਾ ਕੇ ਉਹ ਮਨੁੱਖ ਸੁਣ ਕੇ ਹੋਰਨਾਂ ਨਾਲ ਵੀ ਮਿਲ ਕੇ ਗੱਲਾਂ ਕਰਦੇ ਵੀ ਐਵੇਂ ਉਹ ਜੋ ਗੁਰੂ ਨਾਨਕ ਮੋਦੀ ਹੈ ਮਸਾਣਾ ਵਿੱਚ ਬੈਠੇ ਤੁਰੇ ਫਿਰਦੇ ਐਵੇਂ ਕਹਿ ਰਹੇ ਹੈ ਵੀ ਨਾ ਦੇ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ। ਇਹ ਬਿਦ ਸੁਣੀ ਸਰਵਨ ਨਿਜ ਕਾਜ਼ੀ। ਇਸ ਤਰ੍ਹਾਂ ਦੇ ਜਿਹੜੀ ਗੱਲਬਾਤ ਹੈ ਉਹ ਜਿਹੜਾ ਨਵਾਬ ਦਾ ਕਾਜੀ ਸੀ ਉਹਨੇ ਕੰਨਾਂ ਦੇ ਵਿੱਚ ਸੁਣੀ ਹੈ ਗੱਲ ਸਾਰੀ। ਦੁਮਨਿਓ ਨਿਕਟ ਵੇਖ ਤਨ ਭਾਜੀ। ਅੱਜ ਜਿਸ ਨੇ ਆਪਣੇ ਸਰੀਰ ਦੇ ਉੱਪਰ ਬਨੌਟੀ ਜਾਂ ਭੇਖ ਧਾਰਿਆ ਹੋਇਆ ਸੀ ਵੀ ਬਨੌਟੀ ਭੇਖ ਹੀ ਹੈ ਕਾਜੀ ਦਾ। ਕਾਜੀ ਦੇ ਅਸਲ ਵਿੱਚ ਉਹ ਹੈ ਕਾਜੀ ਸੋਝੋ ਉਲਟੀ ਕਰੈ, ਗੁਰ ਪ੍ਰਸਾਦੀ ਜੀਵਤ ਮਰੈ। ਕਾਜੀ ਤੇ ਉਹਨੂੰ ਕਿਹਾ ਜਾਂਦਾ ਹੈ ਜਿਹੜਾ
ਕਿ ਇਸ ਪਰਮੇਸ਼ਰ ਇਸ ਦੁਨੀਆ ਵੱਲੋਂ ਆਪਣੀ ਬਿਰਤੀ ਨੂੰ ਉਲਟੀ ਕਰਕੇ ਤੇ ਉਹ ਪਰਮੇਸ਼ਰ ਵੱਲ ਕਰੇ, ਉਹ ਵਾਹਿਗੁਰੂ ਦੇ ਚਰਨਾਂ ਵੱਲ ਕਰੇ, ਖੁਦਾ ਦੇ ਵਿੱਚ ਬਿਰਤੀ ਲਾਵੇ। ਤੇ ਜਿਹਦੀ ਹੁਣ ਬਿਰਤੀ ਖੁਦਾ ਵਿੱਚ ਤੇ ਲੱਗੀ ਕੋਈ ਨਹੀਂ ਹੈ, ਸੰਸਾਰ ਦੇ ਕੰਮਾਂ ਵਿੱਚ ਹੀ ਲੱਗੀ ਹੋਈ ਹੈ, ਮਾਇਆ ਦੇ ਵਿੱਚ ਹੀ ਲੱਗੀ ਹੋਈ ਹੈ, ਝੂਠੇ ਫੈਸਲੇ ਸੁਣਾਈ ਜਾਂਦਾ ਕਿ ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ। ਵੀ ਵੱਡੀ ਲੈ ਕੇ ਹੱਕ ਦੀ ਗੱਲ ਦੂਜੇ ਪਾਸੇ ਸੁੱਟੀ ਜਾਵੇ, ਜੇ ਕੋਈ ਪੁੱਛੇ ਤੇ ਅੱਗੋਂ ਸੁਣਾਈ ਜਾਵੇ ਲਾਲ ਕਿਤਾਬ ਪੜ੍ਹ ਪੜ੍ਹ ਕੇ, ਉਹ ਕਾਜੀ ਨਹੀਂ ਹੈ। ਇਸੇ ਤਰ੍ਹਾਂ ਇਹ ਵੀ ਕਾਜੀ ਉਹੋ ਜਿਹਾ ਹੀ ਹੈ, ਸਰੀਰ ਦੇ ਉੱਪਰ ਬਨੌਟੀ ਜਾਂ ਭੇਖ ਬਣਾ ਕੇ ਕਾਜੀਆਂ ਵਾਲਾ, ਤੇ ਜਿਹੜਾ ਗੁਰੂ ਮਹਾਰਾਜ ਜੀ ਦੇ ਕੋਲ ਇਹ ਚੱਲ ਪਿਆ। ਕਸ਼ਕ ਮਨੁਜ ਤਿਹ ਸੰਗ ਸਿਧਾਰੇ, ਕੁਝ ਕੁ ਜਿਹੜੇ ਮਨੁੱਖ ਇਹਦੇ ਨਾਲ ਹੀ ਚੱਲ ਪਏ ਹਨ। ਵੈਸੇ ਸ੍ਰੀ ਗੁਰ ਆਨ ਨਿਹਾਰੇ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹੋਏ ਆ ਉੱਥੇ ਆ ਦੇਖੇ ਹੈ। ਆਨਨ ਬੈਨ ਬਖਾਨਤ ਸੋ, ਤੇ ਕੀ ਦੇਖਿਆ ਵੀ ਗੁਰੂ ਜੀ ਮੁਖੋਂ ਇਹੋ ਜਿਹੇ ਬਚਨ ਕਹਿ ਰਹੇ ਹਨ। ਨਹ ਹਿੰਦੂ ਕੋ ਤੁਰਕ ਨਾ ਕੋ, ਗੁਰੂ ਜੀ ਕਹਿ ਰਹੇ ਸਨ ਨਾ ਦੇ ਕੋਈ ਅਸਲ ਵਿੱਚ ਹਿੰਦੂ ਹੈ, ਨਾ ਕੋਈ ਅਸਲ ਵਿੱਚ ਤੁਰਕ ਮੁਸਲਮਾਨ ਹੀ ਹੈ। ਦੋਹਰਾ ਨਿਕਟ ਬੈਸ ਕਾਜੀ ਕਹੈ, ਇਹ ਕਾਜੀ ਜਿਹੜਾ ਹੈ ਬੜਾ ਕਰੂਰੀ ਜੇ ਸੁਭਾਅ ਦਾ, ਭੈੜੇ ਜੇ ਸੁਭਾਅ ਦਾ, ਮੁੱਛਾਂ ਜੀਆਂ ਕਟੀਆਂ ਹੋਈਆਂ ਸਨ। ਤੇ ਜਾ ਕੇ ਗੁਰੂ ਜੀ ਦੇ ਕੋਲ ਬੈਠ ਕੇ ਕਾਜੀ ਕਹਿੰਦਾ ਹੈ। ਆਸ ਕਸ ਕਰਤ ਬਖਾਨ, ਉਹ ਗੁਰੂ ਨਾਨਕ ਮੋਦੀ ਆ, ਐਸੇ ਕਿਸ ਤਰ੍ਹਾਂ ਤੂੰ ਐਵੇਂ ਵਿਖਿਆਨ ਕਰੀ ਜਾਣਾ, ਕਹੀ ਜਾ ਰਿਹਾ ਹੈ। ਹਿੰਦੂ ਤੁਰਕ ਨਾ ਜਗਤ ਮੈਂ, ਵੀ ਸੰਸਾਰ ਦੇ ਵਿੱਚ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ। ਹਮ ਕਿਉਂ ਸਕਹਿ ਪਛਾਨ, ਅਸੀਂ ਭਲਾ ਇਹ ਕਿਸ ਤਰ੍ਹਾਂ ਪਛਾਣ ਸਕੀਏ ਵੀ ਕੋਈ ਹਿੰਦੂ ਨਹੀਂ ਮੁਸਲਮਾਨ ਨਹੀਂ, ਆ ਸਾਰੇ ਪਾਸੇ ਦੋ ਹੀ ਤੇ ਧਰਮ ਹਨ। ਚੌਪਈ ਜਹ ਤਹ ਜਗ ਮੈਂ ਦੀਸਹ ਸੋ, ਹੇ ਗੁਰੂ ਨਾਨਕ ਮੋਦੀ ਆ ਤੂੰ ਹੀ ਕਹਿੰਦੇ ਵੀ ਹਿੰਦੂ ਮੁਸਲਮਾਨ ਕੋਈ ਨਹੀਂ ਹੈ, ਆ ਜਿੱਥੇ ਕਿੱਥੇ ਵੀ ਸੰਸਾਰ ਦੇ ਵਿੱਚ ਦੋਵੇਂ ਤੇ ਦਿਸ ਰਹੇ ਹਨ। ਹਿੰਦੂ ਮੁਸਲਮਾਨ ਨਰ ਦੋ, ਇੱਕ ਪਾਸੇ ਮਨੁੱਖ ਜਿਹੜੇ ਮੁਸਲਮਾਨ ਹੈ, ਇੱਕ ਪਾਸੇ ਹਿੰਦੂ ਹਨ ਦੋਵੇਂ। ਤੁਮਰੇ ਕਹਿਨ ਸੰਦੇਹ ਹਮਾਰੇ, ਆ ਤੁਹਾਡੇ ਕਹਿਣੇ ਕਰਕੇ ਵੀ ਕੋਈ ਨਹੀਂ ਹੈ, ਦੋਵੇਂ ਅਸਲ ਵਿੱਚ ਹੈ ਨਹੀਂ ਹੈ, ਮੇਰੇ ਮਨ ਨੂੰ ਤੇ ਸੰਸਾ ਹੋ ਗਿਆ ਹੈ। ਉੱਤਰ ਦੀਜੈ ਹਿਰਦੇ ਵਿਚਾਰੇ, ਹਿਰਦੇ ਵਿੱਚ ਚੰਗੀ ਤਰ੍ਹਾਂ ਪਹਿਲਾਂ ਸੋਚ ਵਿਚਾਰ ਕਰੋ ਤੇ ਸਾਨੂੰ ਉੱਤਰ ਦਿਓ, ਸਾਡਾ ਸੰਸਾ ਦੂਰ ਕਰੋ। ਲੋਕ ਬਿਲੋਕਤ ਸ੍ਰੀ ਗੁਰ ਓਰਾ, ਜਦੋਂ ਇਹ ਕਾਜੀ ਨੇ ਸਵਾਲ ਜਵਾਬ ਜੇ ਕੀਤੇ ਐ ਤੇ ਲੋਕ ਬੜੇ ਇਕੱਠੇ ਹੋਏ ਸੀ ਕੋਲ, ਤੇ ਗੁਰੂ ਮਹਾਰਾਜ ਜੀ ਵੱਲ ਵੇਖਣ ਲੱਗੇ ਵੀ ਭਲਾ ਇਹ ਕੀ ਜਵਾਬ ਦਿੰਦੇ ਅੱਗੋਂ। ਚਾਹੋ ਦਿਸ਼ ਭੀਰ ਪਈ ਤਹ ਠੋਰਾ, ਉਹ ਮੜੀਆਂ ਵਾਲੇ ਸਥਾਨ ਤੇ ਜਿੱਥੇ ਗੁਰੂ ਮਹਾਰਾਜ ਬਿਰਾਜਮਾਨ ਹਨ, ਚਾਰੇ ਪਾਸੇ ਗੁਰੂ ਜੀ ਦੇ ਆਲੇ ਦੁਆਲੇ ਭੀੜ ਪਈ ਹੋਈ ਲੋਕਾਂ ਦੀ। ਦਰਸ਼ਨ ਦਰਸਹ ਦੀਨ ਦਿਆਲਾ, ਜਿਹੜੇ ਕੋਈ ਸ਼ਰਧਾਲੂ ਮਹਾਰਾਜ ਜੀ ਤੇ ਸ਼ਰਧਾ ਰੱਖਣ ਵਾਲੇ ਐ ਵੀ ਜੋ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਐ, ਉਹਨਾਂ ਦੇ ਉਹ ਦਰਸ਼ਨ ਕਰ ਰਹੇ ਹਨ। ਜਿਨ ਕੀ ਸ਼ਰਧਾ ਤਿਹ ਦੁਖ ਟਾਲਾ, ਜਿਨ੍ਹਾਂ ਤੇ ਮਹਾਰਾਜ ਜੀ ਦੀ ਸ਼ਰਧਾ ਕੀਤੀ ਪਈ ਤੇ ਬਹੁਤ ਮਹਾਂਪੁਰਖ ਪੂਰਨ ਹਨ, ਉਹਨਾਂ ਦੇ ਗੁਰੂ ਜੀ ਨੇ ਦੁੱਖ ਟਾਲ ਦਿੱਤੇ ਐ। ਕਾਜ਼ੀ ਬਚ ਸੁਨ ਪੰਕਜ ਬਦਨਾ, ਜਿਨ੍ਹਾਂ ਦਾ ਕਵਲ ਵਰਗਾ ਮੁਖ ਹੈ ਗੁਰੂ ਨਾਨਕ ਸਾਹਿਬ ਜੀ, ਕਾਜੀ ਦੇ ਇਹੋ ਜਿਹੇ ਬਚਨ ਸੁਣ ਕੇ। ਕੁਮਤ ਕਦਨਾ ਸੁਖ ਕਰਨਾ ਸਦਨਾ, ਜੋ ਸਤਿਗੁਰ ਦੀ ਆ ਖੋਟੀ ਮਤ ਨੂੰ ਕੱਟਣ ਵਾਲੇ ਐ ਤੇ ਆ ਸੁਖ ਦੇ ਵੀ ਘਰ ਹੀ ਐ, ਦਇਆ ਕਿਰਪਾ ਦੇ ਵੀ ਘਰ ਹਨ ਜੋ। ਕਹਿਓ ਸਲੋਕ ਹੇਤ ਸਮਝਾਵਨਾ, ਮਾਝ ਕੀ ਜਿਹੜੀ ਵਾਰ ਹੈ ਮਾਝ ਰਾਗ ਦੀ, ਉਹਦੇ ਵਿੱਚ ਜਿਹੜਾ ਸ਼ਲੋਕ ਹੈ ਇਹ ਕਾਜੀ ਜਿਹੜਾ ਵਿਗੜਿਆ ਤਿਗੜਿਆ ਤੇ ਲੋਕ ਜਿਹੜੇ ਮੰਦੀ ਮਤ ਵਾਲੇ ਐ ਉਹਨਾਂ ਨੂੰ ਸਮਝਾਉਣ ਵਾਸਤੇ ਸ਼ਲੋਕ ਗੁਰੂ ਜੀ ਨੇ ਕਹਿਆ। ਮਤ ਮੰਦਨ ਸ਼ੁਭ ਮਾਰਗ ਪਾਵਨਾ, ਜੋ ਆ ਕਾਜੀ ਵਰਗੇ ਮੰਦੀ ਮਤ ਵਾਲੇ ਲੋਕ ਹੈ, ਮਨੁੱਖ ਆਮ ਦੁਨੀਆ
ਆਮ ਸੰਸਾਰ ਜਿਹੜੇ ਗਿਆਨ ਦੇ ਬਚਨਾਂ ਨੂੰ ਨਹੀਂ ਸਮਝਦੇ, ਉਹਨਾਂ ਮੰਦੀ ਮੱਤ ਵਾਲਿਆਂ ਨੂੰ ਚੰਗੇ ਮਾਰਗ ਦੇ ਪਾਉਣ ਵਾਸਤੇ ਮਾਝਕੀ ਜਿਹੜੀ ਵਾਰ ਹੈ ਰਾਗ ਦੇ ਵਿੱਚ ਗੁਰੂ ਜੀ ਨੇ ਸ਼ਲੋਕ ਦੇ ਰਾਹੀਂ ਉਪਦੇਸ਼ ਕੀਤਾ। ਸ਼ਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਨ ਮੁਸਕਲ। ਗੁਰੂ ਜੀ ਕਹਿਣ ਲੱਗੇ ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਦੇ ਵਿੱਚ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਪਵਿੱਤਰ। ਗੁਰੂ ਜੀ ਕਹਿਣ ਲੱਗੇ, ਹਾਂ ਕਾਜੀ, ਤੁਸੀਂ ਕਹਿੰਦੇ ਵੀ ਮੁਸਲਮਾਨ ਆ ਬਹੁਤ ਵੇਖਣ 'ਚ ਦਿਖ ਰਹੇ ਹੈ। ਗੁਰੂ ਜੀ ਕਹਿਣ ਲੱਗੇ ਅਸਲ ਦਾ ਜਿਹੜਾ ਮੁਸਲਮਾਨ ਹੈ, ਜਿਹੜਾ ਅਸਲ ਵਿੱਚ ਮੁਸਲਮਾਨ ਹੋਣਾ ਹੈ, ਇਹ ਮੁਸਲਮਾਨ ਕਹਾਉਣਾ ਤੇ ਕਾਜੀ ਬੜਾ ਮੁਸ਼ਕਲ ਹੈ, ਬੜਾ ਕਠਿਨ ਹੈ। ਜਾ ਹੋਏ ਤਾਂ ਮੁਸਲਮਾਨ ਕਹਾਵੈ। ਵੀ ਜੇ ਅਸਲ ਵਿੱਚ ਮੁਸਲਮਾਨ ਹੋਵੇ ਤੇ ਤਾਂ ਤੇ ਉਹ ਹੋਏ, ਵੀ ਜੇ ਉਹਦੇ ਵਿੱਚ ਗੁਣ ਹੁੰਦੇ ਮੁਸਲਮਾਨ ਵਿੱਚ, ਜੇ ਤੇ ਉਹ ਗੁਣਾਂ ਦਾ ਧਾਰਨੀ ਹੋਵੇ, ਗੁਣਾਂ ਵਾਲਾ ਹੋਵੇ, ਉਹ ਗੁਣਾਂ ਵਾਲਾ ਜਿਹੜੇ ਅਸੀਂ ਦੱਸ ਰਹੇ ਹਾਂ, ਫਿਰ ਤਾਂ ਉਹ ਮੁਸਲਮਾਨ ਕਹਾ ਸਕਦਾ ਹੈ। ਅਵਲ ਔਲ ਦੀਨ ਕਰ ਮਿਠਾ। ਤੇ ਪਹਿਲਾ ਕੀ ਹੈ ਮੁਸਲਮਾਨ ਦਾ ਚਿੰਨ੍ਹ? ਅਸਲ ਮੁਸਲਮਾਨ ਕਿਹਨੂੰ ਕਿਹਾ ਜਾਂਦਾ ਹੈ? ਅਵਲ ਔਲ, ਇਹਦਾ ਅਰਥ ਵੀ ਪਹਿਲਾਂ ਪਹਿਲ, ਜਾਂ ਅਵਲ ਦਾ ਅਰਥ ਵੀ ਪਹਿਲਾਂ, ਔਲ ਦਾ ਅਰਥ ਔਲੀਏ, ਸੰਤ ਮਹਾਤਮਾ। ਆਪਾਂ ਸੰਤ ਮਹਾਤਮਾ ਕਹਿ ਦਿੰਦੇ ਹਾਂ, ਉਧਰ ਜਿਹੜਾ ਔਲੀਏ ਕਹਿ ਦਿੰਦੇ ਆ। ਤੇ ਜਿਹੜੇ ਕੋਈ ਆਪਣੇ ਸਰੀਰ ਦੇ ਅੰਗ ਪ੍ਰਤੰਗ ਵੱਖਰੇ ਕਰਕੇ ਦਿਖਾ ਦਿੰਦੇ, ਸ਼ਕਤੀ ਨਾਲ ਕਰ ਲੈਂਦੇ, ਉਹਨਾਂ ਨੂੰ ਗੌਸ ਕਿਹਾ ਜਾਂਦਾ ਹੈ। ਤੇ ਜਿਹੜੇ ਆ ਸੰਤ ਮਹਾਤਮਾ ਹੈ, ਪਰਮੇਸ਼ਰ ਨਾਲ ਜੋੜਨ ਵਾਲੇ, ਉਹਨਾਂ ਨੂੰ ਔਲੀਏ ਕਿਹਾ ਜਾਂਦਾ। ਉਧਰ ਮੁਸਲਮਾਨੀ ਮਤ ਵਿੱਚ ਗੁਰੂ ਜੀ ਕਹਿੰਦੇ ਵੀ ਜਿਹੜਾ ਪਹਿਲਾਂ ਕੋਈ ਔਲੀਆ ਹੈ, ਜਿਹੜਾ ਕੋਈ ਦੀਨ ਮਜ਼ਹਬ ਧਰਮ ਹੈ, ਉਹਨੂੰ ਆਪਣੇ ਦੀਨ ਮਜ਼ਹਬ ਨੂੰ, ਧਰਮ ਨੂੰ ਆ ਮਿੱਠਾ ਕਰਕੇ ਮੰਨੇ ਜਾਣੇ। ਮਸਕਲ ਮਾਨਾ ਮਾਲ ਮਸਾਵੈ। ਤੇ ਜਿਹੜਾ ਹਿਰਦੇ ਵਿੱਚ ਮਾਣ ਹੈ ਨਾ, ਹੰਕਾਰ, ਉਹ ਹੰਕਾਰ ਨੂੰ ਮਸਕਲ ਕਹੀਏ, ਜਿਹੜੀ ਵਿਵੇਕ ਰੂਪੀ ਕੂਚੀ ਹੈ। ਜਿਵੇਂ ਕੂਚੇ ਦੇ ਨਾਲ ਭਾਂਡਾ ਜਿਹੜਾ ਹੈ ਮਾਂਜਿਆ ਜਾਂਦਾ ਤੇ ਉਹਨੂੰ ਸਾਫ਼ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਜਿਹੜਾ ਹਿਰਦਾ ਰੂਪ ਭਾਂਡਾ ਤੇ ਉਹਨੂੰ ਜਿਹੜੀ ਮੈਲ ਲੱਗੀ ਹੈ, ਮਾਣ ਰੂਪੀ, ਹੰਕਾਰ ਰੂਪੀ, ਉਹਨੂੰ ਮਸਕਲ ਕਰੇ, ਉਹਨੂੰ ਵਿਵੇਕ ਰੂਪੀ, ਵਿਚਾਰ ਰੂਪੀ ਕੂਚੀ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰੇ, ਉਹ ਮੈਲ ਨੂੰ ਕੱਢਣਾ ਕਰੇ, ਉਹਨੂੰ ਸਿਕਲਾ ਕਰੇ। ਜਿਵੇਂ ਭਾਂਡੇ ਨੂੰ ਆ ਮਲ ਕੇ ਮਾਂਜ ਕੇ ਚੰਗੀ ਤਰ੍ਹਾਂ ਸਿਕਲਾ ਕਰੀਦਾ, ਪਾਣੀ ਬਾਹਰ ਸੁੱਟ ਦੇਈਦਾ ਮੈਲਾ, ਇਸੇ ਤਰ੍ਹਾਂ ਨਾਮ ਸਿਮਰਨ ਰੂਪੀ ਕੂਚੀ ਦੇ ਨਾਲ ਉਹਨੂੰ ਸਿਕਲਾ ਕਰੇ, ਇਸ ਮਨ ਨੂੰ, ਇਸ ਹਿਰਦੇ ਨੂੰ। ਮਸਕਲ ਮਾਨਾ, ਜਿਹੜਾ ਮਾਣ ਹੰਕਾਰ ਹੈ ਹਿਰਦੇ ਰੂਪ ਭਾਂਡੇ ਵਿੱਚ ਲੱਗਾ ਹੋਇਆ, ਉਹਨੂੰ ਵਿਵੇਕ ਰੂਪੀ ਕੂਚੀ ਦੇ ਨਾਲ ਆ ਮਾਂਜਣਾ ਕਰੇ, ਉਸ ਮੈਲ ਨੂੰ ਕੱਢਣਾ ਕਰੇ ਤੇ ਮਾਲ ਮਸਾਵੇ। ਮਾਲ ਜਿਹੜਾ ਧਨ ਦੌਲਤ ਪੈਸਾ ਹੈ, ਉਹ ਜਿਹੜੇ ਧਰਮ ਦੇ ਕੰਮ ਕਰਨ ਵਾਲੇ, ਜਿਹੜੇ ਧਰਮ 'ਚ ਪ੍ਰਵਿਰਤ ਹੈ, ਸੰਤ ਮਹਾਤਮਾ, ਮਹਾਂਪੁਰਸ਼ ਗਿਆਨੀ, ਉਹਨਾਂ ਦੇ ਉੱਪਰ ਉਸ ਮਾਲ ਧਨ ਨੂੰ ਮਸਾਵੇ, ਕਹੀਏ ਲੁਟਾਵੇ, ਉਹਨਾਂ ਦੇ ਉੱਪਰੋਂ ਵਾਰ ਨਾ ਕਰੇ। ਉਹਨਾਂ ਸੰਤਾਂ ਮਹਾਤਮਾ ਨੂੰ ਭੋਜਨ ਪ੍ਰਸ਼ਾਦਾ ਦੇਣਾ ਕਰੇ, ਪਹੁੰਚਾਉਣਾ ਕਰੇ। ਜਿਹੜਾ ਮਾਲ ਪੈਸਾ ਧਨ ਦੌਲਤ ਹੈ, ਇਹਨੂੰ ਧਰਮ ਦੇ ਕੰਮ ਵਿੱਚ ਲਾਵੇ, ਇਹਨੂੰ ਗਰੀਬਾਂ ਨਾਥਾਂ ਦੇ ਉੱਪਰੋਂ ਲੁਟਾਵੇ ਇਸ ਮਾਲ ਧਨ ਪੈਸੇ ਨੂੰ। ਹੋਏ ਮੁਸਲਿਮ ਦੀਨ ਮਹਾਣਾ। ਮੁਹਾਣੇ ਜਿਹੜੇ ਆਗੂ ਹੈ, ਕੋਈ ਮਹਾਤਮਾ ਜਨ ਧਰਮ ਦੇ, ਉਹਨਾਂ ਆਗੂਆਂ ਦਾ ਜਿਹੜਾ ਕੋਈ ਦੀਨ ਧਰਮ ਹੈ, ਜਿਹੜਾ ਨਾ ਅਸੂਲ ਬਣਿਆ ਹੋਇਆ ਦੀਨ ਮਜ਼ਹਬ ਧਰਮ ਦਾ, ਉਹਦੇ ਵਿੱਚ ਮੁਸਲਮ ਹੋਵੇ, ਇਸਤ ਹੋਵੇ, ਐ ਪੱਕਾ ਹੋਵੇ, ਟਿਕਿਆ ਹੋਵੇ, ਐ ਸਥਰ ਹੋਵੇ। ਮਰਨ ਜੀਵਨ ਕਾ ਭਰਮ ਚੁਕਾਵੈ। ਤੇ ਜਿਹੜਾ ਕੋਈ ਆ ਮਰਨਾ ਤੇ ਜੀਣਾ ਹੈ,
ਇਹਦਾ ਭਰਮ ਜਿਹੜਾ ਭੁਲੇਖਾ ਇਹਨੂੰ ਚੁਕਾ ਦੇ, ਇਹਨੂੰ ਦੂਰ ਕਰ ਦੇ ਆਪਣੇ ਮਨ ਚੋਂ। ਕਿਉਂਕਿ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੰਮਣ ਮਰਨਾ ਜਿਹੜਾ ਉਹਦੇ ਪਰਮੇਸ਼ਰ ਦੇ ਹੁਕਮ ਵਿੱਚ ਹੈ, ਉਹਨੂੰ ਰਜ਼ਾ ਵਿੱਚ ਮੰਨੇ ਵੀ ਜਿਹੜਾ ਮੇਰਾ ਜੰਮਣਾ ਹੈ, ਮੇਰਾ ਮਰਨਾ ਹੈ, ਇਹ ਤੇ ਪਰਮੇਸ਼ਰ ਦੀ ਰਜ਼ਾ ਵਿੱਚ ਹੈ। ਜੰਮਣਾ ਵੀ ਤੇ ਮਰਨਾ ਵੀ ਹੈ। ਇਹ ਜੰਮਣ ਮਰਨ ਦਾ ਜਿਹੜਾ ਭਰਮ ਆ, ਭੁਲੇਖਾ ਹੈ, ਉਹਨੂੰ ਆਪਣੇ ਅੰਦਰੋਂ ਚੁਕਾ ਦੇ, ਭੁਲਾ ਦੇ। ਰੱਬ ਕੀ ਰਜਾਏ ਮੰਨੇ ਸਿਰ ਉੱਪਰ। ਜਿਹੜੀ ਉਹ ਖੁਦਾ ਪਰਮੇਸ਼ਰ ਰੱਬ ਦੀ ਰਜਾਏ ਆਗਿਆ ਹੈ, ਭਾਣਾ ਹੈ, ਉਹਨੂੰ ਸਿਰ ਉੱਪਰ ਖਿੜੇ ਮੱਥੇ ਮੰਨੇ, ਸਿਰ ਉੱਪਰ ਸਹਾਰੇ, ਆਗਿਆ ਵਿੱਚ ਹੀ ਰਹੇ। ਜੋ ਗੁਰ ਕਹੈ ਸੋਈ ਭਲ ਮਨ ਹੈ, ਜੋ ਕੁਛ ਕਰੇ ਸੋ ਭਲਾ ਕਰ ਮਾਨੀਐ। ਇਸ ਤਰ੍ਹਾਂ ਦਾ ਹੋਵੇ ਜਿਵੇਂ ਉਹ ਪਰਮੇਸ਼ਰ ਨੂੰ ਮੰਨਣ ਵਾਲੇ ਦੋ ਮਹਾਤਮਾ ਜਨ ਬੈਠੇ ਸੀ। ਇੱਕ ਕਹਿੰਦਾ ਵੀ ਮੈਂ ਤੇ ਕਹਿੰਦਾ ਵੀ ਬੜੀ ਲੰਮੀ ਉਮਰ ਜੀਂਦੇ ਰਹੀਏ, ਮਰੀਏ ਹੀ ਨਾ। ਕਿਉਂਕਿ ਜੇ ਜੀਂਦੇ ਰਵਾਂਗੇ ਤੇ ਬਹੁਤ ਜ਼ਿਆਦਾ ਖੁਦਾ ਖੁਦਾ ਰੱਬ ਦਾ ਨਾਮ ਜਪਾਂਗੇ, ਹੋਰ ਰੱਬ ਰੱਬ ਕਰਾਂਗੇ। ਤੇ ਉਹਨੇ ਕਿਹਾ ਵੀ ਤੇਰਾ ਕੀ ਖਿਆਲ ਹੈ ਦੂਸਰੇ ਨੂੰ? ਉਹ ਕਹਿੰਦਾ ਵੀ ਮੈਂ ਚਾਹੁੰਦਾ ਵੀ ਛੇਤੀ ਮਰ ਜਾਣਾ ਚਾਹੀਦਾ ਹੈ, ਕਿਉਂਕਿ ਜੇ ਮਰ ਜਾਵਾਂਗੇ ਜਿਹੜੇ ਸੰਸਾਰ ਦੇ ਝਗੜੇ ਝਮੇਲੇ ਹੈ, ਕਲੇ ਕਲੇਸ਼ ਹੈ, ਮੋਹ ਮਮਤਾ ਦੇ ਬੰਧਨ ਹੈ, ਬੜੇ ਸੰਗਲ ਬੱਝੇ ਹੋਏ, ਇਹ ਤੋਂ ਛੁੱਟ ਜਾਵਾਂਗੇ। ਜਿੰਨਾ ਚਿਰ ਜੀਂਦੇ ਰਹਿਣਾ ਉਹਨਾਂ ਚਿਰ ਝਗੜੇ ਝਮੇਲੇ ਮੁੱਕਦੇ ਨਹੀਂ ਮਨੁੱਖ ਦੇ, ਭੱਜ ਦੌੜ। ਛੇਤੀ ਸਰੀਰ ਛੁੱਟ ਜਾਵੇ ਤੇ ਉੱਚ ਭਲਾ ਹੈ। ਇਹ ਜਿਹੜਾ ਤੀਸਰਾ ਸੰਤ ਕੋਲ ਬੈਠਾ ਸੀ, ਉਹਦੀ ਗਿਆਨ ਦੀ ਅੱਖ ਖੁੱਲ੍ਹੀ ਹੋਈ ਸੀ, ਨੇਤਰ ਖੁੱਲ੍ਹਾ ਸੀ ਗਿਆਨ ਦਾ, ਉਹ ਸੁਣਦੇ ਰਹੇ। ਇਹ ਜਿਹੜੇ ਦੋਵੇਂ ਗੱਲ ਵਿਚਾਰ ਕਰਕੇ ਕਹਿਣ ਲੱਗੇ ਵੀ ਇਸ ਤਰ੍ਹਾਂ ਆਪਣਾ ਝਗੜੇ ਦਾ ਨਿਬੇੜਾ ਨਹੀਂ ਹੋਣਾ, ਇਹਨਾਂ ਨੂੰ ਪੁੱਛ ਲਈਏ ਦੂਸਰੇ ਸੰਤਾਂ ਨੂੰ। ਕਹਿੰਦੇ ਮਹਾਤਮਾ ਜੀ ਤੁਹਾਡਾ ਕੀ ਖਿਆਲ ਹੈ ਇਸ ਬਾਰੇ? ਕਹਿੰਦੇ ਵੀ ਸਾਡਾ ਖਿਆਲ ਤੇ ਇਹ ਹੈ ਵੀ ਜੰਮਣਾ ਵੀ ਠੀਕ ਹੈ ਤੇ ਮਰਨਾ ਵੀ ਠੀਕ ਹੈ। ਜੋ ਪਰਮੇਸ਼ਰ ਦੀ ਰਜ਼ਾ ਉਹਦੇ ਵਿੱਚ ਹੀ ਰਹਿਣਾ ਠੀਕ ਹੈ। ਕਿ ਜੇ ਜੰਮਣਾ ਹੈ ਤੇ ਉਹਦੀ ਰਜ਼ਾ ਵਿੱਚ ਹੀ ਹੈ, ਜੇ ਮਰਨਾ ਤੇ ਉਹਦੀ ਰਜ਼ਾ ਵਿੱਚ ਹੀ ਹੈ। ਜਿਹੜਾ ਕੋਈ ਜੰਮਣਾ ਹੈ ਤੇ ਜੰਮ ਕੇ ਉਹਦੀ ਰਜ਼ਾ ਵਿੱਚ ਮਰਨਾ ਉਹ ਤੇ ਸੌਖਾ ਹੈ। ਜਿਹੜਾ ਆਪ ਮਰਨਾ ਉਹ ਤੇ ਹੈ ਔਖਾ। ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਜੇ ਮਨੋ ਸਾਹਿਬ ਨਾ ਵਿਸਰੈ, ਜੇ ਸਾਹਿਬ ਮਰਨਾ ਵਿਸਰੈ ਸਹਿਲਾ ਮਰਨਾ ਹੋਏ। ਜੇ ਸਾਹਿਬ ਨਾ ਮਾਲਕ ਪਰਮੇਸ਼ਰ ਨਾ ਵਿਸਰੇ, ਉਹਦੀ ਰਜ਼ਾ ਵਿੱਚ ਰਹੀਏ ਤਾਂ ਸਹਿਲਾ ਮਰਨਾ ਹੋਏ, ਬੜਾ ਸੌਖਾ ਮਰਨਾ ਹੋ ਜਾਂਦਾ। ਇਸ ਕਰਕੇ ਉਹਦੀ ਰਜ਼ਾ ਵਿੱਚ ਰਹਿਣਾ, ਜਿਹੜਾ ਮਰਨਾ ਜੀਣਾ ਉਹ ਤੇ ਭਲਾ ਹੀ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਭਾਣੇ ਵਿੱਚ ਹੀ ਰਹਿਣਾ ਭਲਾ ਹੈ। ਉਹ ਫਿਰ ਦੋਵੇਂ ਕਹਿੰਦੇ ਵੀ ਠੀਕ ਹੈ ਤੁਹਾਡੀ ਗੱਲ। ਇੱਥੇ ਗੁਰੂ ਮਹਾਰਾਜ ਉਹੀ ਕਹਿ ਰਹੇ ਹੈ ਵੀ ਜਿਹੜਾ ਰੱਬ ਦੀ ਰਜ਼ਾ ਹੈ, ਆਗਿਆ ਹੈ, ਉਹਨੂੰ ਸਿਰ ਉੱਪਰ ਖਿੜੇ ਮੱਥੇ ਮੰਨੇ। ਕਰਤਾ ਮੰਨੇ ਆਪ ਗਵਾਵੇ। ਉਹ ਜੋ ਪਰਮੇਸ਼ਰ ਹੈ ਕਰਤਾ ਸ੍ਰਿਸ਼ਟੀ ਦਾ, ਉਹਨੂੰ ਸਦਾ ਹੀ ਮੰਨੇ, ਸ੍ਰਿਸ਼ਟੀ ਦਾ ਕਰਨ ਵਾਲਾ, ਉਹਦੀ ਆਗਿਆ ਮੰਨੇ। ਆਪ ਗਵਾਏ, ਆਪਣੇ ਹੰਕਾਰ ਨੂੰ ਗਵਾਵੇ, ਨਿਮਰਤਾ ਸਹਿਤ ਰਵੇ ਸਦਾ। ਤੋ ਨਾਨਕ ਸਰਬ ਜੀਆ ਮਿਹਰਮਤ ਹੋਏ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐ, ਤੇ ਨਾਲੇ ਭਾਈ ਜਿਹੜਾ ਸਾਰੇ ਜੀ ਹੈ, ਜੀ ਜੰਤੂ ਹੈ, ਉਹਨਾਂ ਤੇ ਮਿਹਰ ਕਰਨ ਵਾਲਾ ਹੋਵੇ। ਉਹਦੀ ਮੱਤ ਜਿਹੜੀ ਹੈ ਉਹ ਦਇਆ ਮਿਹਰ ਕਰਨ ਵਾਲੀ ਹੋਵੇ। ਤਾ ਮੁਸਲਮਾਨ ਕਹਾਵੇ। ਅਰਥ ਵਾਸਤੇ ਵੀ ਨਾਨਕ ਤਉ ਤਾਂ ਮੁਸਲਮਾਨ ਕਹਾਵੇ। ਕਿ ਜੇ ਇੰਨੇ ਆ ਜੋ ਦੱਸੇ ਹੋਏ ਗੁਣ ਉੱਪਰ, ਜੇ ਇੰਨੇ ਗੁਣਾਂ ਦਾ ਮਾਲਕ ਹੋਵੇ ਤਾਂ ਤੇ ਉਹ ਮੁਸਲਮਾਨ ਕਹਾ ਸਕਦਾ, ਨਹੀਂ ਤਾਂ ਉਹ ਮੁਸਲਮਾਨ ਨਹੀਂ ਕਹਾ ਸਕਦਾ ਹੈ। ਕਿ ਸੁੰਨਤ ਕਰਾ ਲੇ ਇੰਦਰੀ ਦੀ, ਮੁੱਛਾਂ ਰੱਖ ਲੇ, ਉੱਤੋਂ ਜਿਹੜੇ ਆ ਕੇਸ ਕਢਾ ਲੇ, ਵਿੱਚੋਂ ਦੇ ਬੰਨੇ ਬੰਨੇ ਤੇ ਰੱਖ ਲਵੇ, ਫਿਰ ਸੁਥਣ ਆਦਿਕ ਜੀ ਪਾ ਲਵੇ, ਝੱਗਾ ਖੁੱਲਾ ਪਾ ਲਵੇ, ਜਿਹੜੀ ਹੈ ਦਾੜੀ ਵਧਾ ਲੇ, ਮੁੱਛਾਂ ਕਟਾ ਲੇ, ਤੇ ਕਵੇ ਵੀ ਮੈਂ ਮੁਸਲਮਾਨ ਹੋ ਗਿਆ। ਮਹਾਰਾਜ ਕਹਿੰਦੇ ਉਹ ਮੁਸਲਮਾਨ ਨਹੀਂ ਕਹਾ ਸਕਦਾ। ਜਿਹਦੇ ਅੰਦਰ ਇਹੋ ਜਿਹੇ ਗੁਣ ਹਨ ਉਹਨੂੰ ਮੁਸਲਮਾਨ
ਕਿਹਾ ਜਾਂਦਾ ਉਹ ਮੁਸਲਮਾਨ ਕਹਾ ਸਕਦਾ ਆਪਣੇ ਆਪ ਨੂੰ। ਸ਼ਲੋਕ ਮਹੱਲਾ ਪਹਿਲਾ। ਮਿਹਰ ਮਸੀਤ ਸਿਦਕ ਮੁਸਲਾ। ਮਿਹਰ ਮਸੀਤ ਸਿਦਕ ਮੁਸਲਾ। ਸ਼ਲੋਕ ਮਹੱਲਾ ਪਹਿਲਾ। ਗੁਰੂ ਨਾਨਕ ਸਾਹਿਬ ਜੀ ਇੱਕ ਹੋਰ ਸ਼ਬਦ ਉਚਾਰਦੇ ਐ। ਗੁਰੂ ਜੀ ਕਹਿੰਦੇ ਮਿਹਰ ਮਸੀਤ। ਹਾਂ ਕਾਜੀ ਹੋਰ ਵੀ ਸੁਣ, ਜਿਹੜੀ ਆ ਮਿਹਰ ਕਰਨੀ ਹੈ ਨਾ, ਜੀਵਾਂ ਉੱਪਰ ਦਇਆ ਕਰਨੀ ਹੈ, ਇਹ ਮਸੀਤ ਬਣਾਉਣੀ ਕਰੇ, ਮਸੀਤ ਵਿੱਚ ਟਿਕਣਾ ਕਰੇ। ਤੇ ਸਿਦਕ ਮੁਸੱਲਾ। ਮੁਸੱਲਾ ਜਿਹੜੇ ਮੁਸਲਮਾਨ ਹੈ ਉਹ ਜਦੋਂ ਨਵਾਜ਼ ਦਾ ਟਾਈਮ ਹੁੰਦਾ ਤੇ ਉਹ ਥੱਲੇ ਸਫਾ ਗਲੀਚਾ ਵਿਛਾਉਂਦੇ ਇੱਕ, ਜਦੋਂ ਉਹ ਆਪਣੀ ਨਮਾਜ਼ ਪੜ੍ਹਨ ਲੱਗਦੇ, ਉਹਨੂੰ ਮੁਸੱਲਾ ਕਹੀਦਾ ਹੈ। ਜਿਹੜਾ ਗੁਰੂ ਜੀ ਕਹਿੰਦੇ ਪਰਮੇਸ਼ਰ ਖੁਦਾ ਤੇ ਸਿਦਕ ਰੱਖਣਾ ਹੈ, ਜਿਹੜਾ ਯਕੀਨ ਵਿਸ਼ਵਾਸ ਭਰੋਸਾ ਰੱਖਣਾ ਹੈ, ਇਹਨੂੰ ਮੁਸੱਲਾ ਕਰੇ। ਹੱਕ ਹਲਾਲ ਕੁਰਾਨ। ਜਿਹੜੀ ਹੱਕ ਸੱਚ ਦੀ ਕਮਾਈ ਕਰਨੀ ਹੈ, ਹਲਾਲ ਦਾ ਖਾਣਾ ਕਰੇ। ਜਿਹੜਾ ਹੱਕ ਦਾ ਖਾਣਾ ਹੈ ਇਹ ਹਲਾਲ ਖਾਣਾ ਕਰੇ। ਜਿਹੜਾ ਸੱਚ ਨੂੰ ਬੋਲਣਾ ਹੈ, ਸੱਚ ਦੇ ਚੱਲਣਾ ਹੈ, ਸੱਚ ਨੂੰ ਪੜ੍ਹਨਾ ਹੈ, ਇਹ ਕੁਰਾਨ ਪੜ੍ਹੇ। ਸ਼ਰਮ ਸੁਨਤ ਸੀਲ ਰੋਜਾ। ਵੇਖ ਕੇ ਪੜ੍ਹ। ਸ਼ਰਮ ਸੁਨਤ ਸੀਦ ਰੋਜਾ। ਤੇ ਜਿਹੜੀ ਆ ਸ਼ਰਮ ਕਰਨੀ ਮਾੜੇ ਕੰਮਾਂ ਤੋਂ, ਕਿ ਮਾੜੇ ਕੰਮ ਜਿਹੜੇ ਆ ਉਹਨਾਂ ਤੋਂ ਸ਼ਰਮ ਕਰਨੀ, ਇਹਨੂੰ ਸੁਨਤ ਕਰੇ। ਇਹ ਨਹੀਂ ਵੀ ਇੰਦਰੀ ਦਾ ਮਾਸ ਕਟਵਾ ਲਿਆ, ਉਹਨਾਂ ਸੁਨਤ ਨਹੀਂ ਹੁੰਦੀ। ਨਹੀਂ, ਇੰਦਰੀ ਨੂੰ ਜਿਹੜੀ ਉਹ ਤਪਸ਼ ਲੱਗੀ ਰਹਿੰਦੀ ਹੈ ਕਾਮ ਬਿਰਤੀ ਦੀ। ਸੁਨਤ ਕੀ ਕਰਨੀ ਹੈ? ਜਿਹੜੀ ਸ਼ਰਮ ਕਰਨੀ ਹੈ ਵਿਕਾਰਾਂ ਵੱਲੋਂ। ਜਿਹੜੀ ਇਹ ਸ਼ਰਮ ਫਿਰ ਵਿਰਾਗ ਜਿਹੜਾ ਹੈ, ਕਿ ਜਿਹੜਾ ਵਿਰਾਗ ਕਰਨਾ ਹੈ ਮਨ ਦੇ ਵਿੱਚ ਵਿਸ਼ਿਆਂ ਵਿਕਾਰਾਂ ਵੱਲੋਂ, ਇਹ ਵਿਰਾਗ ਜਿਹੜਾ ਰੱਖਣਾ ਹੈ ਵਿਸ਼ਿਆਂ ਵਿਕਾਰਾਂ ਵੱਲੋਂ, ਜਿਹੜਾ ਤਿਆਗ ਕਰਨਾ ਇਹ ਵਿਰਾਗ ਰੱਖੇ। ਜਿਹੜੀ ਸ਼ਰਮ ਕਰਨੀ ਮਾੜੇ ਕੰਮਾਂ ਵੱਲੋਂ ਮੁੜ ਕੇ ਰਹਿਣਾ, ਇਹਨੂੰ ਸੁਨਤ ਕਰੇ। ਜਿਹੜਾ ਸੀਲ ਸੁਭਾਅ ਰੱਖਣਾ, ਇਹਨੂੰ ਰੋਜ਼ਾ ਰੱਖੇ। ਉਹ ਮੁਸਲਮਾਨ। ਉਹ ਵੀ ਮੁਸਲਮਾਨ ਇਹੋ ਜਿਹਾ ਹੋ ਸਕਦਾ, ਉਹਨੂੰ ਮੁਸਲਮਾਨ ਇਹੋ ਜਿਹਾ ਹੋਣਾ ਚਾਹੀਦਾ ਹੈ ਮਨੁੱਖ ਨੂੰ। ਕਰਨੀ ਕਾਬਾ ਸੱਚ ਪੀਰ। ਜਿਹੜੀ ਉਹ ਪਰਮੇਸ਼ਰ ਖੁਦਾ ਦੀ ਬੰਦਗੀ ਕਰਨੀ, ਭਗਤੀ ਕਰਨੀ ਹੈ, ਇਹ ਕਾਬਾ ਮੰਦਰ ਦੇ ਦਰਸ਼ਨ ਕਰੇ, ਕਾਬੇ ਨੂੰ ਜਾਣਾ ਕਰੇ। ਜਿਹੜਾ ਹੈ ਸੱਚ ਬੋਲਣਾ ਹੈ, ਸੱਚ ਪ੍ਰਤੱਗੀ ਰਹਿਣਾ ਹੈ, ਸੱਚ ਦੇ ਪਹਿਰਾ ਦੇਣਾ, ਇਹਨੂੰ ਪੀਰ ਮੰਨੇ। ਕਲਮਾ ਕਰਮ ਨਿਵਾਜ। ਜਿਹੜੇ ਸ਼ੁਭ ਕਰਮ ਕਰਨੇ, ਕਲਮਾ ਪੜ੍ਹਨੀਆਂ, ਜਿਹੜੀ ਨਿਮਰਤਾ ਰੱਖਣੀ ਹੈ, ਨਵਾਜ਼ ਪੜ੍ਹਨੀ ਹੈ। ਤਸਬੀਹ ਸਾ ਤਿਸ ਭਾਵਸੀ। ਤਸਬੀਹ ਜਿਹੜੀ ਹੈ ਗੁਰੂ ਜੀ ਕਹਿੰਦੇ ਉਹ ਭਾਉਂਦੀ ਹੈ। ਤਸਬੀਹ ਮਾਲਾ ਨੂੰ ਕਿਹਾ ਜਾਂਦਾ ਹੈ। ਜਿਹੜੀ ਆਪਾਂ ਮਾਲਾ ਜਪਦੇ ਹੋ 108 ਮਣਕਿਆਂ ਦੀ ਹੈ। ਜਿਹੜੀ ਮੁਸਲਮਾਨ ਲੋਕ ਮਾਲਾ ਜਪਦੇ ਹੋ 101 ਮਣਕੇ ਦੀ, ਉਹਨੂੰ ਤਸਬੀਹ ਕਹਿੰਦੇ, ਆਪਾਂ ਮਾਲਾ ਕਹਿੰਦੇ ਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਕਾਜੀ, ਜਿਹੜਾ ਉਸ ਪਰਮੇਸ਼ਰ ਨੂੰ ਭਾ ਜਾਣਾ ਨਾ, ਚੰਗੇ ਲੱਗ ਜਾਣਾ ਹੈ, ਇਹ ਤਸਬੀਹ ਫੇਰਨੀ ਹੈ। ਨਾਨਕ ਰੱਖੈ ਲਾਜ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ, ਕਾਜੀ ਜਿਹੜਾ ਮਾੜੇ ਕੰਮਾਂ ਵੱਲੋਂ ਸ਼ਰਮ ਰੱਖਣੀ ਹੈ, ਲੱਜਿਆ ਰੱਖਣੀ ਵੀ ਮੈਂ ਨਹੀਂ ਇਹ ਕਰਨੇ, ਇਹ ਤਸਬੀਹ ਫੇਰਨੀ ਹੈ। ਇਹ ਮਾੜੇ ਕੰਮਾਂ ਤੋਂ ਲੱਜਿਆ ਰੱਖੇ, ਸ਼ਰਮ ਰੱਖੇ, ਤੇ ਇਹ ਤਸਬੀਹ ਫੇਰਨੀ ਹੈ। ਜਿਹੜਾ ਉਸ ਪਰਮੇਸ਼ਰ ਨੂੰ ਭਾ ਜਾਣਾ ਹੈ, ਇਹੀ ਤਸਬੀਹ ਦਾ ਫੇਰਨਾ ਹੈ। ਇਹ ਤਸਬੀਹ ਮੰਨੀ ਜਾਏਗੀ ਵੀ ਮਾਲਾ ਫੇਰ ਰਿਹਾ ਹੈ। ਤੇ ਜਿਹੜੇ ਇਸ ਤਰ੍ਹਾਂ ਦੇ ਪਰਮੇਸ਼ਰ ਨੂੰ ਭਾ ਜਾਂਦੇ, ਅਸੀਂ ਤਸਬੀਹ ਫੇਰਦੇ ਆ, ਉਹਨਾਂ ਦੀ ਉਹ ਖੁਦਾ ਲਾਜ ਰੱਖਦਾ ਹੈ। ਮਹੱਲਾ ਪਹਿਲਾ। ਹਿੰਦੂ ਮੂਲੇ ਭੂਲੇ ਉਖਟੀ ਜਾਹੀ। ਕਾਜੀ ਸੁਣ ਕੇ ਨਿਰੁੱਤਰ ਜਾ ਹੋ ਗਿਆ। ਫਿਰ ਮਹਾਰਾਜ ਨੂੰ ਕਹਿਣ ਲੱਗਾ ਵੀ ਠੀਕ ਹੈ, ਮੁਸਲਮਾਨ ਤੇ ਇਹੋ ਜਿਹਾ ਹੋਣਾ ਚਾਹੀਦਾ ਹੈ। ਕੁਝ ਹਿੰਦੂਆਂ ਬਾਰੇ ਵੀ ਤੁਹਾਡੇ ਕੋਲ ਕੋਈ ਗੱਲ ਹੈ ਵੀ ਕੋਈ ਹਿੰਦੂਆਂ ਨੂੰ ਵੀ ਤੁਸੀਂ ਉਪਦੇਸ਼ ਦਿਓ, ਮੁਸਲਮਾਨਾਂ ਨੂੰ ਤੇ ਤੁਸੀਂ ਕਹਿ ਦਿੱਤਾ ਹੈ। ਤੇ ਗੁਰੂ ਸਾਹਿਬ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ। ਮਹੱਲਾ ਪਹਿਲਾ। ਪਹਿਲੇ ਸਰੂਪ ਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ ਵੀ, ਕਾਜੀ ਇਹ ਜਿਹੜੇ ਹਿੰਦੂ ਹਨ, ਜਿਹੜੇ ਇੱਕ ਭੇਖ ਬਣਾ ਕੇ ਸੋਚਦੇ ਵੀ ਹਿੰਦੂ ਆ, ਇਹ ਤੇ ਮੂਲੇ ਜੋ ਮੂਲ ਰੂਪ ਹੈ ਨਾ ਪਰਮੇਸ਼ਰ, ਪਰਮਾਤਮਾ,
ਉਹਨੂੰ ਮੂਲੇ ਕਹੀਏ ਮੁੱਢੋਂ ਹੀ ਭੁੱਲੇ ਹੋਏ, ਮੁੱਢੋਂ ਹੀ ਭੁਲਾਇਆ ਹੋਇਆ ਹੈ। ਉਹ ਖੁੱਟੀ ਜਾਹੀ ਆ ਮੁੱਕਦੇ ਜਾ ਰਹੇ ਹੈ, ਖਤਮ ਹੁੰਦੇ ਜਾ ਰਹੇ ਹਨ। ਉਹ ਪਰਮੇਸ਼ਰ ਵੱਲੋਂ ਤੇ ਮਰਦੇ ਜਾ ਰਹੇ ਹਨ। ਨਾਰਦ ਕਹਿਆ ਸੇ ਪੂਜ ਕਰਾਹੀ। ਉਹ ਨਾਰਦ ਨੇ ਕਹਿ ਦਿੱਤਾ ਵੀ ਪੂਜਾ ਕਰਨੀ ਹੈ, ਕਰਨ ਲੱਗ ਪਏ ਹੈ। ਨਾਰਦ ਭਗਤ ਜੀ ਨੇ ਤੇ ਇਹ ਕਿਹਾ ਸੀ ਵੀ ਜੇ ਸੁਖਾਲੇ ਢੰਗ ਨਾਲ ਆਪਣੇ ਜੇ ਤੁਸੀਂ ਰੱਖਣਾ ਚਾਹੁੰਦੇ ਹੋ, ਧਿਆਨ ਕਰਨਾ ਚਾਹੁੰਦੇ ਆਪਣੇ ਦੇਵੀ ਦੇਵਤਿਆਂ ਦਾ, ਆਪਣੇ ਭਗਵਾਨ ਦਾ, ਤਾਂ ਫਿਰ ਤੁਸੀਂ ਉਹਨਾਂ ਦਾ ਜਿਹੜਾ ਵਾਹਨ ਹੈ ਭਗਵਾਨ ਦੀ ਸਵਾਰੀ ਕਰਨ ਵਾਲਾ ਗਰੜ, ਉਹਦੀ ਮੂਰਤ ਘੜ ਲਓ। ਜਦੋਂ ਉਹਦੀ ਮੂਰਤ ਨੂੰ ਵੇਖਿਆ ਕਰੋਗੇ, ਧਿਆਨ ਕਰੋਗੇ, ਤੇ ਆਪੇ ਭਗਵਾਨ ਦੇ ਵੀ ਧਿਆਨ ਵਿੱਚ ਆਇਆ ਕਰੋਗੇ। ਤੁਸੀਂ ਭਗਵਾਨ ਨੂੰ ਵੀ ਧਿਆਨ ਵਿੱਚ ਲਿਆਇਆ ਕਰੋਗੇ, ਤੁਹਾਨੂੰ ਚੇਤੇ ਆਇਆ ਕਰੇਗਾ। ਉਹ ਸੁਖਾਲਾ ਤਰੀਕਾ ਦੱਸਿਆ ਸੀ, ਪਰ ਇਹਨਾਂ ਨੇ ਉਹ ਜਿਹੜੀ ਭਗਵਾਨ ਦੀ ਸਵਾਰੀ ਵੀ ਬਣਾ ਲਈ। ਤਰ੍ਹਾਂ ਤਰ੍ਹਾਂ ਜਿਹੜੇ ਦੇਵਤੇ ਨੂੰ ਕੋਈ ਮੰਨਦਾ ਸੀ ਤੇ ਉਹਦੇ ਉੱਪਰ ਜਿਹੜਾ ਭਗਵਾਨ ਦੀ ਮੂਰਤੀ ਬਣਾ ਲਈ। ਉਹ ਦੋਵੇਂ ਚੀਜ਼ਾਂ ਦੇ ਬਣਾ ਲਈਆਂ, ਉਹਦੀ ਪੂਜਾ ਦੇ ਸ਼ੁਰੂ ਕਰ ਦਿੱਤੀ, ਧਿਆਨ ਜਿਹੜਾ ਛੱਡ ਦਿੱਤਾ। ਨਾਰਦ ਕਹਿਆ ਸੇ ਪੂਜ ਕਰਾਹੀ। ਮਹਾਰਾਜ ਕਹਿੰਦੇ ਵੀ ਨਾਰਦ ਨੇ ਤੇ ਕਿਹਾ ਸੀ ਸੁਖਾਲੇ ਢੰਗ ਤਰੀਕੇ ਨਾਲ ਧਿਆਨ ਕਰਨ ਦਾ, ਇਹ ਲੋਕਾਂ ਨੇ ਧਿਆਨ ਤੇ ਛੱਡ ਦਿੱਤਾ ਤੇ ਪੂਜਾ ਇਕੱਲੀ ਕਰਨੀ ਸ਼ੁਰੂ ਕਰ ਦਿੱਤੀ ਵੀ ਭੋਗ ਲਵਾ ਕੇ ਪੂਰਨ ਪੂਜਾ ਹੈ। ਅੰਧੇ ਗੁੰਗੇ ਅੰਧ ਅੰਧਾਰ। ਉਹ ਜਿਹੜੇ ਪੱਥਰ ਮੂਰਤੀਆਂ ਉਤੇ ਅੰਨੇ ਹੈ, ਦੇਖ ਨਹੀਂ ਕੁਝ ਸਕਦੇ, ਗੂੰਗੇ ਹੈ, ਕੁਝ ਬੋਲ ਨਹੀਂ ਸਕਦੇ, ਅੰਦਰ ਅਗਿਆਨ ਹੈ ਜੜਤਾ ਕਰਕੇ, ਤੇ ਅਗਿਆਨ ਦੇ ਹਨੇਰੇ ਕਰਕੇ ਅੰਨੇ ਗੂੰਗੇ ਹਨ। ਪਾਥਰ ਲੈ ਪੂਜ ਹੈ ਮੁਗਧ ਗਵਾਰ। ਜਿਹੜੇ ਕੋਈ ਆ ਮੂਰਖ ਲੋਕ ਹੋ ਕੇ ਤੇ ਪੱਥਰਾਂ ਨੂੰ ਲੈ ਲੈ ਕੇ ਪੂਜਦੇ ਆ, ਉਹ ਮਨ ਕਰਕੇ ਮੁਗਧ ਹਨ, ਸਰੀਰ ਕਰਕੇ ਗਵਾਰ ਬੇਸਮਝ ਵੱਡੇ ਮੂਰਖ ਹਨ। ਉਹੇ ਜਾ ਆਪ ਡੁੱਬੇ। ਮਹਾਰਾਜ ਕਹਿੰਦੇ ਵੀ ਜੋ ਪੱਥਰ ਆ ਪਾਣੀ ਵਿੱਚ ਸੁੱਟਿਆਂ ਆਪ ਡੁੱਬ ਜਾਂਦੇ ਹੈ। ਤੁਮ ਕਹਾ ਤਰਨਹਾਰ। ਦੱਸੋ ਵੀ ਤੁਹਾਨੂੰ ਇਹ ਜਿਹੜੇ ਮਨੁੱਖ ਹੈ ਇਹਨਾਂ ਨੂੰ ਕਿੱਥੋਂ ਤਰਨ ਵਾਲੇ ਜਹਾਜ਼ ਰੂਪ ਹੋ ਕੇ ਤਾਰ ਸਕਦੇ ਹੈ? ਉਹ ਨਹੀਂ ਤਾਰ ਸਕਦੇ। ਜੋ ਆਪ ਡੁੱਬਿਆ ਹੈ ਉਹ ਦੂਜੇ ਨੂੰ ਕਿਵੇਂ ਤਾਰ ਸਕਦਾ ਹੈ? ਐਵੇਂ ਜਿਹੜੇ ਹਿੰਦੂ ਦੇ ਮਤ ਦੇ ਸਿਧਾਂਤ ਵਾਲੇ ਹੈ, ਉਹ ਪਰਮੇਸ਼ਰ ਬ੍ਰਹਮ ਦੀ ਜਿਹੜੀ ਲੀਨਤਾ ਉਹ ਤੇ ਛੱਡ ਦਿੱਤੀ ਹੈ, ਭਗਤੀ ਪਰਮੇਸ਼ਰ ਦੀ ਉਹ ਕਰਨੀ ਛੱਡ ਦਿੱਤੀ ਹੈ, ਮੂਰਤੀ ਪੂਜਣ ਸ਼ੁਰੂ ਕਰ ਲਿਆ ਹੈ। ਐਵੇਂ ਅੰਧੇ ਗੂੰਗੇ ਗਵਾਰ ਹਨ। ਦੋਹਰਾ ਮੁਸਲਮਾਨ ਮਗ ਹਿੰਦ ਕੋ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਖਰੀਆਂ ਖਰੀਆਂ ਸਾਧ ਸੰਗਤ ਜੀ ਸੁਣਾਈਆਂ। ਬਿਲਕੁਲ ਇਹ ਪਰਮੇਸ਼ਰ ਦੇ ਸਿਧਾਂਤ ਨਾਲ ਬਿਲਕੁਲ ਸੱਚ ਹੈ, ਇਹੀ ਹੈ। ਸਿੱਖ ਵੀ ਇਸੇ ਤਰ੍ਹਾਂ ਉਹੀ ਸਿੱਖ ਹੈ ਜਿਹੜਾ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਰੱਖਦਾ ਹੈ। ਇਕੱਲਾ ਦਾੜੀ ਕੇਸਾਂ ਨਾਲ ਸਿੱਖ ਨਹੀਂ ਹੈ ਕੋਈ। ਬਹੁਤ ਲੋਕਾਂ ਨੂੰ ਭਰਮ ਇਹੀ ਪਿਆ ਹੋਇਆ ਹੈ ਕਿ ਅਸੀਂ ਦਾੜੀ ਕੇਸ ਰੱਖਿਆ ਹੈ, ਸ੍ਰੀ ਸਾਹਿਬ ਵੀ ਪਾ ਲਿਆ ਹੈ, ਗੁਰੂ ਘਰ ਵੀ ਜਾਂਦੇ ਹਾਂ, ਹੋਰ ਕੀ ਚਾਹੀਦਾ ਹੈ? ਪਰ ਗੁਰੂ ਦਾ ਉਪਦੇਸ਼, ਗੁਰੂ ਦਾ ਬਚਨ, ਗੁਰੂ ਦਾ ਸਿਧਾਂਤ ਇੱਕ ਨਹੀਂ ਮੰਨ ਕੇ ਖੁਸ਼ ਅਸੀਂ, ਜਿਹਦੇ ਕਰਕੇ ਉਹ ਸਿੱਖੀ ਪੂਰਨ ਨਹੀਂ ਹੈ। ਆਉਣਾ ਜਾਣਾ ਤੇ ਸਭ ਦਾ ਹੀ ਬਣਿਆ ਹੈ। ਜਿਹੜੇ ਕੋਈ ਨਹੀਂ ਕੇਸਾ ਧਾਰੀ ਜਾਂ ਕੋਈ ਵੀ ਸਿਧਾਂਤ ਕੋਈ ਮਤ ਨਾਲ ਰੱਖਦੇ ਹੈ, ਉਹ ਵੀ ਆਉਂਦੇ ਜਾਂਦੇ ਹੈ। ਤੇ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਵੇਖਿਆ ਮੁਕਤੀ ਨਹੀਂ ਮਹਾਰਾਜ ਕਹਿੰਦੇ ਹੁੰਦੀ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦੇ। ਵੀ ਜਿਹਨੂੰ ਅਸੀਂ ਮੱਥਾ ਟੇਕਦੇ ਜਿਸ ਪਰਮੇਸ਼ਰ ਨੂੰ, ਉਹਦੀ ਜੇ ਗੱਲ ਮੰਨਣ ਨੂੰ ਤਿਆਰ ਨਹੀਂ ਤੇ ਫਾਇਦਾ ਕੀ ਹੈ? ਵੇਖਣ ਨਾਲ ਥੋੜ੍ਹੀ ਕੁਝ ਹੁੰਦਾ ਹੈ। ਘਰ ਵਿੱਚ ਬਜ਼ੁਰਗ ਬੈਠਾ ਹੈ, ਉਹਨੂੰ ਵੇਖੀ ਜਾਓ 24 ਘੰਟੇ। ਜੇ ਉਹਨੂੰ ਰੋਟੀ ਨਹੀਂ ਦੇਣੀ ਹੈ, ਉਹਦਾ ਬੁਰਾ ਹਾਲ ਕਰ ਦੇਣਾ ਅਸੀਂ, ਉਹਦੀ ਮੰਨਣੀ ਕੋਈ ਨਹੀਂ ਹੈ, ਅਤੇ ਉਹ ਬਜ਼ੁਰਗ ਨੇ ਵਿਚਾਰੇ ਨੇ ਕੀ ਕਰਨਾ ਹੈ, ਕੀ ਦੇਣਾ ਸਾਨੂੰ? ਉਹ ਤਾਂ ਪਰੇਸ਼ਾਨ ਬੈਠਾ, ਸਗੋਂ ਮੌਤ ਡੀਕਦਾ ਆਪਣੀ। ਅਤੇ ਵੇਖਿਆ ਜੇ ਅਸੀਂ ਸੋਚੀ ਵੀ ਉਹਨੂੰ ਵੇਖ ਰਹੇ ਹਾਂ, ਲੰਘਦੇ ਆਉਂਦੇ ਜਾਂਦੇ, ਅਤੇ ਉਹ ਵੀ ਖੁਸ਼ ਹੋਏ ਕਿਵੇਂ ਹੋ ਜਾਊਗਾ? ਜਿੰਨਾ ਚਿਰ ਉਹਦੀ ਸੇਵਾ ਨਹੀਂ ਕਰਾਂਗੇ, ਜਿੰਨਾ ਚਿਰ ਉਹਦੀ ਗੱਲ ਨਹੀਂ ਮੰਨਾਂਗੇ, ਉਨਾ ਚਿਰ ਕੁਝ ਨਹੀਂ ਮਿਲਣ ਵਾਲਾ। ਵੇਖਿਆ ਦੇਖਿਆ ਕੁਝ ਨਹੀਂ ਹੁੰਦਾ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇਖ ਕੇ ਵੀ ਰੋਜ਼ ਆਉਂਦੇ ਆ, ਮੱਥਾ ਟੇਕਦੇ ਆ, ਪਤਾ ਨਹੀਂ ਕੀ ਅਸਮਾਨ ਥੰਮ ਲਿਆ, ਹੁਣ ਕਿਸੇ ਦੀ ਮੰਨਣੀ ਨਹੀਂ, ਅਸੀਂ ਆਪ ਹੀ ਸਿਆਣੇ ਆ। ਉਹਦੇ ਕਰਕੇ ਸਾਧ ਸੰਗਤ ਜੀ ਘਾਟਾ ਹੈ। ਗੁਰੂ ਦੇ ਸ਼ਬਦ ਗੁਰਬਾਣੀ ਪੜ੍ਹ ਕੇ ਵੇਖੀਏ, ਇੰਨੇ ਉਪਦੇਸ਼ ਹੈ, ਇੰਨੇ ਬਚਨ ਹੈ ਜਿਹੜੇ ਤੁਹਾਨੂੰ ਸੁਣਾ ਸਕੀਦੇ ਵੀ ਕੱਲਾ ਦੇਖਿਆ ਮੱਥਾ ਟੇਕਿਆ ਵੀ ਮੁਕਤੀ ਨਹੀਂ ਹੋ ਸਕਦੀ। ਮੁਕਤੀ ਤੇ ਹੋਣੀ ਗੁਰੂ ਦੀ ਬਾਣੀ ਧਾਰਨ ਕਰਕੇ ਗਿਆਨ ਦੇ ਨਾਲ, ਗੁਰੂ ਵਾਸਤੇ ਮਰਿਆ ਮੁੱਕਿਆ। ਇਹ ਬਾਕੀ ਕੁਝ ਨਹੀਂ ਹੋਣਾ ਹੈ। ਬਾਕੀ ਜੋ ਆਪਣੇ ਸਾਡੇ ਮਨ ਦੀ ਭਾਵਨਾ ਉਹ ਤਾਂ ਸਾਡੇ ਕੋਲ ਹੀ ਰਹਿ ਜਾਣੀ ਹੈ, ਕਿਉਂਕਿ ਅਨੇਕਾਂ ਹੀ ਬਹੁਤ ਜਿਹੜੇ ਹੈ ਬੜੇ ਬੜੇ ਥਾਵਾਂ ਗੁਰੂ ਕੇ ਸਥਾਨਾਂ 'ਤੇ ਨਤਮਸਤਕ ਸੰਗਤ ਹੁੰਦੀ ਹੈ, ਪਰ ਜਿਹੜੇ ਨਾਮ ਜਪਣ ਵਾਲੇ ਗੁਰੂ ਦੇ ਉਪਦੇਸ਼ ਧਾਰਨ ਕਰਨ ਵਾਲੇ ਹਨ ਵਿਰਲੇ ਨਾਹੀਂ ਘਣੇ, ਬਹੁਤ ਥੋੜ੍ਹੇ ਹਨ। ਗੁਰੂ ਜੀ ਦਾ ਉਸੇ ਮੁਤਾਬਕ ਹੀ ਸਿੱਖਾਂ ਨੂੰ ਸਿਧਾਂਤ ਹੈ, ਉਸੇ ਤਰ੍ਹਾਂ ਮੁਸਲਮਾਨ ਨੂੰ ਸਿਧਾਂਤ ਹੈ, ਉਸੇ ਤਰ੍ਹਾਂ ਹਿੰਦੂ ਮਤ ਨੂੰ ਸਿਧਾਂਤ ਹੈ। ਜਿਹੜੇ ਵੀ ਧਰਮ ਦੇ ਉਸ ਵਕਤ ਚੰਗੇ ਪ੍ਰਚਾਰ ਸਨ, ਜਿਨ੍ਹਾਂ ਦਾ ਬੋਲ ਬਾਲਾ ਜ਼ੋਰ ਸੀ, ਉਹਨਾਂ ਦੇ ਸਿਧਾਂਤ ਮੁਤਾਬਕ ਗੁਰੂ ਜੀ ਨੇ ਪਰਥਾਏ। ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਇਹ ਉਪਦੇਸ਼ ਸਰਵਣ ਕਰਵਾਏ ਤੇ ਸਿੱਖਿਆ ਕਰਵਾਈ ਹੈ। ਬਾਕੀ ਕਿਸੇ ਨਾਲ ਵੈਰ ਭਾਵ ਰੱਖ ਕੇ ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ ਬਿਲਕੁਲ ਨਹੀਂ ਕੋਈ ਸ਼ਬਦ ਉਚਾਰਿਆ। ਅਸ ਬਿਦ ਲਿਹੋ ਪਛਾਨ। ਮਹਾਰਾਜ ਕਹਿੰਦੇ ਵੀ ਜਗਤ ਦੇ ਵਿੱਚ ਮੁਸਲਮਾਨ ਮਗ ਹਿੰਦ ਕੋ, ਜਿਹੜੇ ਹਿੰਦੂ ਹੈ ਤੇ ਮੁਸਲਮਾਨਾਂ ਦਾ ਰਸਤਾ ਹੈ। ਅਸ ਬਿਦ ਲਿਹੋ ਪਛਾਨ। ਕਾਜੀ ਜੀ ਇਸ ਤਰ੍ਹਾਂ ਦਾ ਹੀ ਪਛਾਣ ਲਿਓ ਵੀ ਮਰਜ਼ੀ ਦੇ ਮਾਲਕ ਹਨ, ਗੁਣ ਕੋਈ ਗ੍ਰਹਿਣ ਨਹੀਂ ਕਰਦੇ। ਕਰਮ ਨਾ ਸ਼ੁਭ ਕਰਹੀਂ ਉਬੈ। ਜਿਹੜੇ ਸ਼ੁਭ ਕਰਮ ਹੈ ਉਹ ਤੇ ਇਹ ਦੋਵੇਂ ਨਹੀਂ ਕਰਦੇ, ਨਾ ਉਹੀ ਅਮਲ ਚੰਗੇ ਕਰਦੇ ਮੁਸਲਮਾਨ, ਨਾ ਹਿੰਦੂ ਕਰਦੇ ਆ। ਹੁਣ ਵੀ ਵੇਖੋ ਕਿੱਦਾਂ ਢੰਡੋਰਾ ਪਿੱਟ ਰਹੇ ਆ। ਇਹ ਭਾਰਤ ਵਿੱਚ ਰਹਿਣਗੇ ਇਕੱਲੇ ਹਿੰਦੂ ਹੀ, ਤੇ ਉਹਨਾਂ ਨੂੰ ਪਤਾ ਕੁਝ ਹੈ ਨਹੀਂ ਵੀ ਹਿੰਦੂ ਨਾ ਵੇਦ 'ਚ ਲਿਖਿਆ ਨਾ ਸ਼ਾਸਤਰ 'ਚ ਲਿਖਿਆ ਹੈ। ਔਰ ਉਹਨਾਂ ਦੀ ਚੰਗੀ ਬੋਲ ਬਾਣੀ ਜਿਹੜੀ ਹੋ ਰਹੀ ਹੈ, ਬੜਾ ਉਹ ਜ਼ੋਰ ਪਾ ਰਹੇ ਹੈ ਸਿੱਖਾਂ 'ਤੇ ਵੀ ਮੁਸਲਮਾਨਾਂ 'ਤੇ ਵੀ। ਉਹ ਸਾਡੀਆਂ ਲੋਕਾਂ ਦੀ ਕਮੀਆਂ ਕਾਰਨ ਜਿਹੜੀ ਢਿੱਲ ਚੱਲ ਰਹੀ ਹੈ। ਝੂਠੇ ਨਾਮ ਬਖਾਨ। ਮਹਾਰਾਜ ਕਹਿੰਦੇ ਵੀ ਝੂਠੇ ਨਾਮ ਹੀ ਇਹਨਾਂ ਲੋਕ ਆਪਣਾ ਕਹਿ ਰਹੇ, ਕੋਈ ਕਹਿੰਦਾ ਮੈਂ ਮੁਸਲਮਾਨ, ਕੋਈ ਕਹਿੰਦਾ ਮੈਂ ਹਿੰਦੂ ਹਾਂ। ਅਸਲ ਵਿੱਚ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਜਿੰਨਾ ਚਿਰ ਗੁਣ ਨਹੀਂ ਧਾਰਨ ਕਰਦਾ। ਚੌਪਈ ਮਗ ਭੂਲੇ ਫਿਰਹੀਂ ਉਦਿਆਨਾ। ਉਸ ਵਕਤ ਜਦੋਂ ਗੁਰੂ ਜੀ ਨੇ ਸ਼ਬਦ ਕਹੇ ਹੈ, ਉਸ ਵਕਤ ਪਠਾਣਾਂ ਦਾ ਹੀ ਜ਼ੋਰ ਸੀ ਤੇ ਹਿੰਦੂਆਂ ਦਾ ਤਾਂ ਘੱਟ ਜ਼ੋਰ ਸੀ, ਪਰ ਗੁਰੂ ਜੀ ਨੇ ਫਿਰ ਵੀ ਇਹ ਬਚਨ ਕਹੇ ਹੈ, ਗਿਆਨ ਦੀ ਖੜਗ ਚਲਾਈ ਹੈ, ਅਗਿਆਨ ਦੇ ਅੰਗ ਕੱਟੇ ਹੈ। ਸਾਡੇ ਲੋਕਾਂ ਵਾਂਗ ਹੁੰਦੇ ਤੇ ਗੁਰੂ ਜੀ ਡਰਦੇ ਰਹਿੰਦੇ ਵੀ ਕਾਹਨੂੰ ਕਿਸ ਨੂੰ ਕਹਿਣਾ ਹੈ, ਆਪਣੀ ਖਾਓ ਤੇ ਕਮਾਓ। ਤੇ ਹੁਣ ਸਾਡਾ ਵੀ ਇਹੋ ਜਿਹਾ ਸੁਭਾਅ, ਕਮਾਓ ਦੇ ਖਾਓ, ਕੀ ਲੋੜ ਵਿੱਚ ਬੋਲਣ ਦੀ। ਇਹਨਾਂ ਗੱਲਾਂ ਕਰਕੇ ਜਿਹੜੇ ਗੁਲਾਮੀ ਦੇ ਸੰਗਲ ਸਾਧ ਸੰਗਤ ਜੀ ਗਲ ਵਿੱਚ ਪੈ ਜਾਂਦੇ ਇੱਕ ਦਿਨ, ਫਿਰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆਉਣ ਵਾਲੇ ਸਮੇਂ 'ਚ। ਮਗ ਭੂਲੇ ਫਿਰੇ ਉਦਿਆਨਾ। ਗੁਰੂ ਜੀ ਕਹਿੰਦੇ ਜੰਗਲਾਂ ਵਿੱਚ ਤੁਰੇ ਫਿਰਦੇ ਐ, ਭਾਵ ਭਗਤੀ ਦੇ ਰਸਤੇ ਨੂੰ ਭੁੱਲ ਕੇ। ਕਿਆਸੇ ਪਹੁੰਚ ਹੈ ਸੁਖ ਅਸਥਾਨਾ। ਕਾਜੀ ਜਿਹੜਾ ਸੁਖ ਦਾ ਸਥਾਨ ਹੈ, ਖੁਦਾ ਦਾ ਘਰ, ਕਿਸ ਤਰ੍ਹਾਂ ਪਹੁੰਚਣ ਇਹ ਦੋਵੇਂ। ਸੁਣ ਕਰ ਕਾਜੀ ਲੱਜਤ ਹੋਤ। ਸੁਣ ਕਰਕੇ ਜਿਹੜਾ ਕਾਜੀ ਉਹਦੇ ਬੜਾ ਸ਼ਰਮਿੰਦਾ ਸ਼ਰਮਸ਼ਾਰ ਹੋਇਆ। ਜਿਉ ਰਵ ਆਗੇ ਰਿੰਗਣ ਜੋਤ। ਜਿਸ ਤਰ੍ਹਾਂ ਸੂਰਜ ਦੇ ਅੱਗੇ ਟਟਾਣੇ ਦੀ ਜੋਤ ਦੀ ਹਾਲਤ ਹੁੰਦੀ ਹੈ, ਉਹਦਾ ਕੰਮ ਨਹੀਂ ਕਰਦੀ ਜੋਤ। ਸੂਰਜ ਅੱਗੇ ਜਿਹੜਾ ਜੁਗਣ ਉਹ ਕੀ ਪ੍ਰਕਾਸ਼ ਕਰੇ। ਨਹਿ ਬੋਲਿਓ ਕਛ ਤੂਸ਼ਣ ਭਇਓ। ਕੁਝ ਨਹੀਂ ਬੋਲਿਆ, ਚੋਪੀ ਹੋ ਗਿਆ ਕਾਜੀ। ਉਤਰ ਆਵ ਨਾ ਉਠ ਘਰ ਗਇਓ। ਕੋਈ ਉੱਤਰ ਨਹੀਂ ਆਇਆ, ਉੱਠ ਕੇ ਘਰ ਨੂੰ ਚਲਿਆ ਗਿਆ ਬੁੜਬੜਾਉਂਦਾ। ਕੋ ਨਰ ਨੁਤ ਕੋ ਨਿੰਦਾ ਕਰਹਿ। ਜਿਹੜੇ ਗਿਆਨੀ ਪੁਰਸ਼ ਉਹ ਤੇ ਮਹਾਰਾਜ ਦੀ ਉਸਤਤ ਕਰਦੇ ਆ। ਕੁਝ ਕੁ ਲੋਕ ਜਿਹੜੇ ਅਗਿਆਨੀ ਉਹ ਮਹਾਰਾਜ ਦੀ ਨਿੰਦਿਆ ਕਰਦੇ ਵੀ ਇਹ ਕੀ ਕਹਿੰਦੇ ਹਨ। ਮੂਰਖ ਸਮਝ ਨਾ ਪਾਇਨ ਪਰਹਿ। ਮੂਰਖ ਲੋਕ ਸਮਝ ਗਏ ਗੁਰੂ ਜੀ ਦੇ ਚਰਨੀ ਨਹੀਂ ਆ ਕੇ ਪਏ ਵੀ ਗੁਰੂ ਜੀ ਤੇ ਬਹੁਤ ਮਹਾਨ ਖੁਦਾ ਪਰਮੇਸ਼ਰ ਉਪਦੇਸ਼ ਕਰਦੇ ਹਨ,
ਸਗੋਂ ਹੈਂਕੜਬਾਜੀ 'ਚ ਕਈ ਚਲੇ ਗਏ ਘਰਾਂ ਨੂੰ। ਭਾਉ ਭਗਤ ਜਹਾਂ ਜਗ ਪ੍ਰਗਟਾਨਾ। ਵੀ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਨੂੰ ਪ੍ਰਗਟ ਕੀਤਾ ਹੈ, ਵੈਸੇ ਰਹੇ ਮਸਾਨ ਸਥਾਨਾ। ਮਹਾਰਾਜ ਇੰਨੀ ਭੀੜ ਦੇ ਵਿੱਚ ਵਿਚਾਰ ਕਹਿ ਕੇ ਉਹ ਜਿਹੜੀ ਮੜੀਆਂ ਮਸਾਣਾ ਵਾਲੀ ਥਾਂ ਸੀ, ਮੁਰਦਾ ਘਾਟ, ਉੱਥੇ ਬੈਠੇ ਰਹੇ। ਤਿਹ ਛਿਨ ਹੁਤੋ ਭਗੀਰਥ ਪਾਸੂ। ਜਿਸ ਵਕਤ ਗੁਰੂ ਜੀ ਨੇ ਉਪਦੇਸ਼ ਕੀਤਾ ਉਸ ਸਮੇਂ ਭਾਈ ਭਗੀਰਥ ਮਲਸੀਹਾਂ ਪਿੰਡ ਦਾ ਵੀ ਕੋਲ ਹੀ ਸੀ। ਦਰਸ਼ਨ ਕਰਤ ਪਾਏ ਸੁਖ ਰਾਸੂ। ਗੁਰੂ ਜੀ ਦੇ ਦਰਸ਼ਨ ਕਰ ਰਿਹਾ ਹੈ, ਬਹੁਤ ਸੁਖ ਪਾ ਰਿਹਾ ਹੈ। ਆਵਾ ਮਨ ਸੁਖ ਪ੍ਰੇਮ ਉਮੰਗਾ। ਇੱਧਰ ਇੰਨੇ ਨੂੰ ਜੋ ਮਾਨਸੁਖ ਸ਼ਾਹੂਕਾਰ ਲਾਹੌਰ ਦਾ, ਉਹਦੇ ਹਿਰਦੇ 'ਚ ਪ੍ਰੇਮ ਉਛਲਿਆ ਤੇ ਉਹ ਵੀ ਆ ਗਿਆ ਹੈ। ਜਿਹ ਮਨ ਚੜਿਓ ਨਾਮ ਕੋ ਰੰਗਾ। ਜਿਸ ਸ਼ਾਹੂਕਾਰ ਦੇ ਮਨ ਨੂੰ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਬੜਾ ਚੜਿਆ ਹੋਇਆ ਹੈ। ਹੱਥ ਬੰਦ ਕੈ ਬੰਧਨ ਕੀਨੀ। ਹੱਥ ਜੋੜ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਇਸਨੇ। ਪਰਿਓ ਦੰਡਵਤ ਮਤ ਰਸ ਪੀਨੀ। ਜਿਵੇਂ ਡੰਡਾ ਧਰਤੀ ਤੇ ਸੁੱਟ ਦਈਦਾ ਤੇ ਸਿੱਧਾ ਪਿਆ ਰਹਿੰਦਾ, ਡੰਡੇ ਵਾਂਗ ਹੋ ਕੇ ਪੈ ਗਿਆ ਗੁਰੂ ਜੀ ਦੇ ਚਰਨਾਂ ਵਿੱਚ। ਜਿਸ ਦੀ ਅਕਲ ਮਤ ਮਹਾਰਾਜ ਦੇ ਪ੍ਰੇਮ ਰਸ ਵਿੱਚ ਭਿੱਜੀ ਲੀਨ ਹੈ। ਸਤ ਕਰਤਾਰ ਕਹੀ ਸੁਖ ਰਾਸੂ। ਸੁੱਖਾਂ ਦੀ ਰਾਸ ਖਜ਼ਾਨਾ ਗੁਰੂ ਨਾਨਕ ਸਾਹਿਬ ਜੀ ਨੇ ਅੱਗੋਂ ਕਿਹਾ ਹੈ ਵੀ ਸਤ ਕਰਤਾਰ ਧਨ ਕਰਤਾਰ। ਬੂਝੀ ਕੁਸ਼ਲ ਸਰਬ ਪੁਨਤਾਸੂ। ਫਿਰ ਗੁਰੂ ਜੀ ਨੇ ਮਾਨਸੁਖ ਸ਼ਾਹ ਨੂੰ ਆਨੰਦ ਕੁਸ਼ਲ ਸੁਖ ਸਾਂਧ ਪੁੱਛਣਾ ਕੀਤੀ ਹੈ। ਗਦ ਗਦ ਹੋਵੇ ਕਰ ਬੈਠ ਸਮੀਪਾ। ਗੁਰੂ ਜੀ ਦੇ ਕੋਲ ਬੈਠ ਗਿਆ ਮਾਨਸੁਖ ਸ਼ਾਹ ਤੇ ਗਦ ਹੋ ਗਿਆ, ਦਾ ਕੰਠ ਰੋ ਗਿਆ, ਨੇਤਰਾਂ 'ਚ ਜਲ ਆ ਗਿਆ ਹੈ। ਬੋਲਿਓ ਬਚਨ ਤਬਹ ਕੁਲ ਦੀਪਾ। ਉਸ ਵਕਤ ਇਹਦੇ ਗੁਰੂ ਜੀ ਦੇ ਵੱਲ ਵੇਖ ਕੇ ਜੋ ਬੇਦੀਆਂ ਦੀ ਕੁਲ ਦੇ ਦੀਵਾ ਰੂਪ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ ਹੈ। ਸਰਬ ਕੁਸ਼ਲ ਭੀ ਦਰਸ ਤੁਮਾਰੋ। ਬੋਲਿਓ ਬਚਨ, ਇਹ ਮਾਨਸੁਖ ਸ਼ਾਹ ਬੋਲਿਆ ਹੈ ਗੁਰੂ ਨਾਨਕ ਸਾਹਿਬ ਜੀ ਨੂੰ। ਜੋ ਕੁਲ ਦਾ ਦੀਵਾ ਹੈ ਇਹ ਮਾਨਸੁਖ ਸ਼ਾਹ ਵੀ ਕਹਿੰਦਾ, ਮਹਾਰਾਜ ਤੁਹਾਡਾ ਦਰਸ਼ਨ ਕੀਤਿਆਂ ਸਾਰੇ ਆਨੰਦ ਕੁਸ਼ਲ ਹੋ ਗਈ ਹੈ ਮੈਨੂੰ। ਮੁਝ ਤਨ ਮਨ ਕੇ ਕਸ਼ਟ ਨਿਵਾਰੇ। ਤੁਹਾਡਾ ਦਰਸ਼ਨ ਕੀਤਿਆਂ ਹੀ ਗੁਰੂ ਜੀ ਮੇਰੇ ਤੇ ਮਨ ਦੇ, ਮੇਰੇ ਸਰੀਰ ਦੇ ਸਾਰੇ ਕਸ਼ਟ ਹੀ ਦੂਰ ਹੋ ਗਏ ਹੈ। ਚਲਿਓ ਚਹਤ ਹੋ ਮੈਂ ਪਰਦੇਸ਼ਾ। ਮਹਾਰਾਜ ਹੁਣ ਮੈਂ ਪਰਦੇਸਾਂ ਦੇ ਵਿੱਚ ਚੱਲਿਆ ਚਾਹੁੰਦਾ ਹਾਂ। ਸ੍ਰੀ ਮੁਖ ਕੀ ਅਬ ਪਾਏ ਨਿਦੇਸਾ। ਆ ਸ੍ਰੀ ਮੁਖ ਸੋਭਾ ਵਾਲੇ ਮੁਖ ਤੋਂ ਗੁਰੂ ਜੀ ਆਪ ਜੀ ਦੀ ਆਗਿਆ ਪਾ ਕੇ ਮੈਂ ਹੁਣ ਦੇਸਾਂ ਪ੍ਰਦੇਸਾਂ ਵਿੱਚ ਵਪਾਰ ਵਾਸਤੇ ਜਾਣਾ ਚਾਹੁੰਦਾ ਹਾਂ। ਬਨਜ ਖੇਪ ਕੋ ਭਰ ਕਰ ਭਾਰੀ। ਜੋ ਵਪਾਰ ਦੀਆਂ ਵਸਤੂਆਂ ਹੈ ਉਹਨਾਂ ਨੂੰ ਭਰ ਕੇ ਭਾਰੀ ਬਹੁਤੀਆਂ ਸਮੁੰਦਰੀ ਜਹਾਜ਼ ਦੇ ਵਿੱਚ ਵਣਜ ਵਪਾਰ ਦੇਸ਼ਾਂ ਵਿਦੇਸ਼ਾਂ ਵਿੱਚ ਕਰਨ ਜਾਂਦਾ ਸੀ ਮਾਨਸੁਖ ਸ਼ਾਹ। ਤੇ ਗੁਰੂ ਜੀ ਕੋ ਆਗਿਆ ਲੈਣ ਵਾਸਤੇ ਆਇਆ ਤੇ ਕਹਿ ਰਿਹਾ, ਮਹਾਰਾਜ ਜੋ ਵਪਾਰ ਦੀਆਂ ਵਸਤੂਆਂ ਬਹੁਤ ਜ਼ਿਆਦੀਆਂ ਉਹ ਮੈਂ ਭਾਰੀ ਉਹ ਜੀ ਸਮੁੰਦਰੀ ਜਹਾਜ਼ ਵਿੱਚ ਭਰ ਕੇ ਚੱਲਿਆ ਚਾਹੁੰਦਾ ਹਾਂ। ਜਾਉ ਸੰਗਲਾ ਦੀਪ ਮਝਾਰੀ। ਗੁਰੂ ਜੀ ਉਹ ਜੋ ਸੰਗਲਾ ਦੀਪ ਟਾਪੂ ਹੈ ਸਮੁੰਦਰ ਦੇ ਵਿੱਚ, ਉੱਥੇ ਜਾਣਾ ਚਾਹੁੰਦਾ ਹਾਂ। ਹੋਇ ਹੈ ਦਿਨ ਬਹੁ ਬਿਰਹੋ ਤੁਮਾਰਾ। ਉੱਥੇ ਚਲਿਆ ਜਾਵਾਂਗਾ, ਬਹੁਤੇ ਦਿਨ ਲੱਗ ਜਾਣਗੇ, ਤੁਹਾਡਾ ਜਿਹੜਾ ਮਹਾਰਾਜ ਦਰਸ਼ਨ ਨਹੀਂ ਹੋਊਗਾ। ਤੁਹਾਡੇ ਦਰਸ਼ਨਾਂ ਤੋਂ ਬਿਨਾ ਮੇਰਾ ਵਿਛੋੜਾ ਜਿਹੜਾ ਬਹੁਤੇ ਦਿਨਾਂ ਦਾ ਹੋ ਜਾਵੇਗਾ, ਲੰਘ ਜਾਣਗੇ ਬਹੁਤੇ ਦਿਨ। ਉਚਰਹੁ ਆਪ ਸ਼ਬਦ ਸੁਖ ਸਾਰਾ। ਇਸ ਕਰਕੇ ਸ੍ਰੇਸ਼ਟ ਸੁਖ ਨੂੰ ਦੇਣ ਵਾਲੇ ਜਿਹੜੇ ਗੁਰਬਾਣੀ ਦੇ ਬਚਨ ਹੈ ਉਹ ਮਹਾਰਾਜੇ ਮੁਖੋਂ ਉਚਾਰ ਦਿਓ ਜੀ। ਮੈਂ ਲਿਖ ਲਿਓ ਪਠੋਂ ਕਰਨੇ ਮਾ। ਮੈਂ ਗੁਰੂ ਮਹਾਰਾਜ ਉਹ ਸ਼ਬਦ ਲਿਖ ਲਵਾਂਗਾ ਤੇ ਰੋਜ਼ ਨਿਯਮ ਨੇਮ ਦੇ ਨਾਲ ਹੀ ਪੜਾਂਗਾ। ਜਿਨ ਤੇ ਵਧੈ ਗੁਰੂ ਪਗ ਪ੍ਰੇਮਾ। ਜਿਸ ਸ਼ਬਦਾਂ ਦੇ ਨਾਲ ਗੁਰੂ ਜੀ ਮੇਰਾ ਜਿਹੜਾ ਪ੍ਰੇਮ ਹੈ
ਉਹ ਤੁਹਾਡੇ ਚਰਨਾਂ ਵਿੱਚ ਜ਼ਿਆਦਾ ਹੀ ਵਧੇਗਾ। ਸੁਨ ਕਰ ਬਚਨਾ ਦੀਨ ਦੁਖ ਭੰਜਨ। ਜੋ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਐ, ਸੁਣ ਕਰਕੇ ਮਨਸੁਖ ਸ਼ਾਹੂਕਾਰ ਦੇ ਬਚਨ। ਉਚਰੇ ਰਚਿਰ ਸ਼ਬਦ ਜਨ ਰੰਜਨ। ਜੋ ਆਪਣੇ ਜਨਾਂ ਸੇਵਕਾਂ ਨੂੰ ਪ੍ਰਸੰਨ ਕਰਨ ਵਾਲੇ ਮਹਾਰਾਜ ਜੀ ਐ, ਉਹਨਾਂ ਨੇ ਸੋਹਣੇ ਸ਼ਬਦ ਉਚਾਰਨ ਕੀਤੇ ਹਨ। ਸ੍ਰੀ ਕਰਤਾਰ ਗੁਰੂ ਵਡਿਆਈ। ਜਿਨ੍ਹਾਂ ਸ਼ਬਦਾਂ ਦੇ ਵਿੱਚ ਕਰਤਾਰ ਪਰਮੇਸ਼ਰ ਦੇ ਗੁਰੂ ਦੀ ਵਡਿਆਈ ਹੈ। ਭਗਤ ਬਿਰਖਤ ਹੈ ਗਿਆਨ ਮਿਲਾਈ। ਜਿਨ੍ਹਾਂ ਸ਼ਬਦਾਂ ਦੇ ਵਿੱਚ, ਜਿਸ ਬਾਣੀ ਵਿੱਚ ਭਗਤੀ ਤੇ ਵਿਰਾਗ ਤਿਆਗ ਦੀ ਜਿਹੜੀ ਬਾਣੀ ਮਿਲਾਈ ਹੋਈ ਹੈ। ਅਸ ਬਾਣੀ ਮਨ ਸੁਖ ਲਿਖ ਲੀਨੀ। ਜਿਨ੍ਹਾਂ ਸ਼ਬਦਾਂ ਵਿੱਚ ਭਗਤੀ ਤੇ ਵਿਰਾਗ ਦੇ ਗਿਆਨ ਦੀ ਬਾਣੀ ਮਿਲਾਈ ਹੋਈ ਹੈ, ਇਸ ਤਰ੍ਹਾਂ ਦੀ ਜਿਹੜੀ ਬਾਣੀ ਹੈ ਉਹ ਮਨਸੁਖ ਸ਼ਾਹ ਨੇ ਲਿਖ ਲਈ ਹੈ ਕਾਗਜ਼ ਉੱਪਰ। ਪੜ ਕਰ ਪਰਮ ਪ੍ਰੇਮ ਮਤ ਭੀਨੀ। ਇਹਨੇ ਪੜ ਕਰਕੇ ਬਹੁਤ ਪੜ੍ਹਨੀ ਕੀਤੀ ਤੇ ਬਹੁਤੇ ਪ੍ਰੇਮ ਵਿੱਚ ਇਹਦੀ ਮੱਤ ਜਿਹੜੀ ਲੀਨ ਹੋ ਗਈ, ਭਿੱਜ ਗਈ ਹੈ। ਬਹਰੋ ਬੋਲੇ ਗੁਰੂ ਉਦਾਰਾ। ਮੁੜ ਸਤਿਗੁਰੂ ਜੋ ਸਖੀ ਦਾਤੇ ਹੈ ਬਚਨ ਬੋਲੇ ਹੈ। ਮੱਝੋ ਨਿਸਾ ਜਾਮ ਸ਼ੁਭ ਬਾਰਾ। ਕਿ ਮਨਸੁਖ ਸ਼ਾਹ ਜਿਹੜਾ ਸੋਹਣਾ ਸੁੰਦਰ ਜਲ ਹੈ, ਜਦੋਂ ਪਹਿਰ ਰਾਤ ਰਹਿ ਜਾ ਕਰੇਗੀ ਉਦੋਂ ਤੂੰ ਇਸ਼ਨਾਨ ਕਰਿਆ ਕਰ। ਤਜ ਆਲਸ ਜਾਗਹੁ ਤਿਹ ਕਾਲਾ। ਜਦੋਂ ਪੈਰ ਰਾਤ ਰਹਿ ਜਾਵੇਗੀ ਉਸ ਸਮੇਂ ਤੂੰ ਆਸ ਨੂੰ ਛੱਡ ਕੇ ਤੇ ਜਾਗਿਆ ਕਰ। ਪੜ੍ਹੋ ਤਬੈ ਫਲ ਹੋਤ ਵਿਸਾਲਾ। ਜੇ ਤੂੰ ਇਹ ਗੁਰਬਾਣੀ ਦੇ ਸ਼ਬਦ ਉਦੋਂ ਪੜ੍ਹੇਗਾ ਤੇ ਤੈਨੂੰ ਬਹੁਤ ਭਾਰੀ ਫਲ ਹੋਵੇਗਾ। ਇੱਕ ਮਨ ਹੋਇ ਕਾ ਪ੍ਰੀਤ ਸਮੇਤਾ। ਇੱਕ ਮਨ ਚਿੱਤ ਹੋ ਕੇ ਬੜੇ ਪ੍ਰੇਮ ਦੇ ਸਮੇਤ। ਗੁਣ ਹੋ ਤਾ ਪਾਵਹੁ ਬ੍ਰਹਮਨ ਕੇਤਾ। ਜਿਸ ਬਾਣੀ ਨੂੰ ਗੁਣੇਗਾ ਵਿਚਾਰੇਗਾ ਤੇ ਜੋ ਬ੍ਰਹਮ ਸਰੂਪ ਹੈ ਨਾ ਪਰਮੇਸ਼ਰ, ਉਹਨੂੰ ਪਾ ਲਏਗਾ। ਕਰਹੁ ਤਿਹਾਵਲ ਹੋਵਤ ਭੋਰਾ। ਤੇ ਜਦੋਂ ਸਵੇਰ ਹੋ ਜਾਇਆ ਕਰੇਗੀ ਫਿਰ 3 ਮੇਲ ਦਾ ਜਿਹੜਾ ਕੜਾਹ ਪ੍ਰਸ਼ਾਦ ਉਹਨੂੰ ਵੀ ਤਿਆਰ ਕਰਿਆ ਕਰਨਾ ਹੈ। ਪਾਠ ਅਰਦਾਸ ਯੁਗਮ ਕਰ ਜੋਰਾ। ਦੋਵੇਂ ਹੱਥ ਜੋੜ ਕੇ ਫਿਰ ਅਰਦਾਸ ਕਰਨੀ ਹੈ। ਬਹੁਰ ਬਾਟ ਅਚਵਨ ਨਿਜ ਕੀਜੈ। ਮੁੜ ਜਿਹੜਾ ਸਭ ਨੂੰ ਵੰਡ ਕਰਕੇ ਉਹ ਪ੍ਰਸ਼ਾਦ ਤੇ ਬਾਅਦ ਵਿੱਚ ਆਪ ਖਾਣਾ ਕਰਨਾ ਹੈ। ਦਿਵਸ ਹੋਗੇ ਬਨ ਜਹ ਮਨ ਦੀਜੈ। ਜਦੋਂ ਦਿਨ ਚੜ ਜਾਣਾ, ਸੂਰਜ ਚੜੇ ਦੇ ਬਾਅਦ ਜਿਹੜਾ ਹੈ ਵਪਾਰ ਦੇ ਵਿੱਚ ਮਨ ਦੇਣਾ ਹੈ। ਸ਼ਾਹੂਕਾਰ ਮਨ ਸੁਖ। ਸੰਧਿਆ ਕਾਲ ਹੈ ਪੜੋ ਬਹੋਰੀ। ਫਿਰ ਜਦੋਂ ਸੰਧਿਆ ਦਾ ਸਮਾਂ ਹੋ ਜਾਣਾ, ਅੰਦਰ ਬਾਹਰ ਦਿਨ ਹੋ ਜਾਣਾ, ਤੇ ਉਦੋਂ ਇਹ ਫਿਰ ਸ਼ਬਦ ਪੜ੍ਹਨੇ ਹੈ। ਮਤ ਨਿਤ ਰੱਖੋ ਭਗਤੇ ਗੋਰੀ। ਜਿਹੜੀ ਆ ਅਕਲ ਮਤ ਬੁੱਧੀ ਹੈ, ਇਹਨੂੰ ਹਮੇਸ਼ਾ ਹੀ ਪਰਮੇਸ਼ਰ ਦੀ ਭਗਤੀ ਵਿੱਚ ਡੁਬੋ ਕੇ ਲੀਨ ਰੱਖਣਾ ਹੈ। ਜਬ ਕੋ ਅਟਕ ਜਾਏ ਵੱਡ ਕਾਜੂ। ਮਨਸੁਖ ਸ਼ਾਹ, ਜਦੋਂ ਤੇਰਾ ਕੋਈ ਵੱਡਾ ਕੰਮ ਕਿਤੇ ਅਟਕ ਜਾਏਗਾ, ਅੜ ਜਾਏਗਾ, ਸਿਮਰਹੁ ਸਤਿਗੁਰ ਹੁਐ ਸੁਖ ਕਾਜੂ। ਜੋ ਸੁਖ ਰੂਪ ਸਤਿਗੁਰੂ ਪਰਮੇਸ਼ਰ ਹੈ ਨਾ, ਉਸ ਨੂੰ ਸਿਮਰਨਾ, ਚੇਤੇ ਕਰਨਾ, ਤੇਰਾ ਸੁਖ ਨਾਲ ਹੀ ਸਾਰਾ ਕੰਮ ਹੋ ਜਾਵੇਗਾ। ਅਸ ਪ੍ਰਕਾਰ ਕੋ ਸੁਨ ਉਪਦੇਸ਼ਾ। ਇਸ ਤਰ੍ਹਾਂ ਦਾ ਉਪਦੇਸ਼ ਸੁਣ ਕੇ ਮਨਸੁਖ ਸ਼ਾਹ ਗਮਨਿਓ ਸਤਿਗੁਰ ਪਾਏ ਨਿਦੇਸ਼ਾ। ਕਹਿਣ ਲੱਗਾ, ਮਹਾਰਾਜ ਮੈਂ ਜਾਨਾ ਹਾਂ। ਮੱਥਾ ਟੇਕਿਆ ਤੇ ਗੁਰੂ ਦੀ ਆਗਿਆ ਪਾ ਕੇ ਚੱਲ ਪਿਆ। ਗਇਓ ਸੰਗਲਾ ਦੀਪ ਸਥਾਨਾ। ਜਿੱਥੇ ਸੰਗਲਾ ਦੀਪ ਸਮੁੰਦਰ ਦੇ ਵਿੱਚ ਟਾਪੂ ਹੈ, ਉੱਥੇ ਮਨਸੁਖ ਸ਼ਾਹ ਚਲਿਆ ਗਿਆ। ਬਹੁਰ ਭਗੀਰਥ ਕੋ ਗੁਣ ਖਾਨਾ। ਮੁੜ ਜੋ ਭਗੀਰਥ ਬੈਠਾ ਸੀ ਗੁਰੂ ਜੀ ਦੇ ਪਾਸ, ਗੁਣਾ ਦੀ ਖਾਣ ਜਾਂ ਗੁਣਾ ਦੀ ਖਾਣ, ਜੋ ਗੁਰੂ ਨਾਨਕ ਸਾਹਿਬ ਜੀ ਮੁੜ ਭਗੀਰਥ ਜੀ ਨੂੰ ਆਇਸ ਦੀਨਾ ਸਦਨ ਅਬ ਜਾਵਹੁ। ਆਗਿਆ ਦਿੱਤੀ ਵੀ ਭਾਈ ਭਗੀਰਥ, ਹੁਣ ਤੂੰ ਵੀ ਆਪਣੇ ਘਰ ਮਲਸੀਹਾਂ ਪਿੰਡ ਚਲਿਆ ਜਾ। ਹਿਰਦੈ ਸਦਾ ਨਾਮ ਲਿਵ ਲਾਵਹੁ। ਹਿਰਦੇ ਵਿੱਚ ਸਦਾ ਜੋ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਹੈ ਪ੍ਰਸਿੱਧ, ਉਹਦੇ ਵਿੱਚ ਲਿਵ ਲਾਉਣੀ ਕਰ, ਆਪਣਾ ਜਨਮ ਸਫਲਾ ਕਰ। ਇਹ ਗੁਰੂ ਜੀ ਨੇ ਕਹਿ ਕਰਕੇ ਭਾਈ ਭਗੀਰਥ ਜੀ ਨੂੰ ਭੇਜਿਆ। ਮਨਸੁਖ ਸ਼ਾਹ ਜਿਹੜਾ ਉਹ ਸੰਗਲਾ ਦੀਪ ਦੇ ਟਾਪੂ ਸਮੁੰਦਰ ਵਿੱਚ ਵਣਜੋ ਪਾਰ ਕਰਨ ਵਾਸਤੇ ਚਲਿਆ ਗਿਆ ਸਮੁੰਦਰੀ ਜਹਾਜ਼ ਤੇ। ਗੁਰੂ ਮਹਾਰਾਜ ਇਹਦੀ ਵੀ ਜਿਵੇਂ ਰੱਖਿਆ ਕਰਦੇ ਆ,
ਉਹ ਪ੍ਰਸੰਗ ਅੱਗੇ ਆਵੇਗਾ, ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਮੂਲੇ ਕੋ ਪ੍ਰਸੰਗ ਲਖਮੀ ਦਾਸ ਜਨਮ ਮਨ ਸੁਖ ਭਗੀਰਥ ਗਵਨ ਪ੍ਰਸੰਗ ਵਰਨਨ ਨਾਮ 30ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਜਿਹੜਾ 30ਵਾਂ ਅਧਿਆਏ ਉਹ ਸਮਾਪਤ ਹੋਇਆ ਹੈ, ਜਿਹਦੇ ਵਿੱਚ ਬਾਬਾ ਜੀ ਦੇ ਮਹਾਰਾਜ ਜੀ ਦੇ ਸਾਹਿਬਜ਼ਾਦੇ ਲਖਮੀ ਦਾਸ ਜੀ ਦਾ ਜਨਮ ਹੋਇਆ ਹੈ, ਕਥਨ ਕੀਤਾ। ਭਾਈ ਮਾਨਸੁਖ ਸ਼ਾਹ ਦੇ ਭਾਈ ਭਗੀਰਥ ਜੀ ਦਾ ਜਾਣ ਦਾ ਕਥਨ ਕੀਤਾ ਹੈ, ਅਤੇ ਭਾਈ ਜੋ ਗੁਰੂ ਜੀ ਦੇ ਸਹੁਰਾ ਮੂਲਾ ਚੰਦ ਜੀ ਸਨ, ਉਹਨਾਂ ਦੇ ਆਉਣ ਦਾ ਕਿਵੇਂ ਗੁਰੂ ਜੀ ਨੂੰ ਬੋਲੇ ਆ, ਉਹ ਸਾਰਾ ਪ੍ਰਸੰਗ ਸਰਵਣ ਕੀਤਾ। ਇਸ ਦੇ ਨਾਲ ਹੀ ਇਹ ਜਿਹੜੀ ਪੋਥੀ ਦੀ ਵੀ ਸਮਾਪਤੀ ਹੈ, ਜਿਹੜੇ 30 ਪ੍ਰਸੰਗਾਂ ਦੀ ਇੱਥੇ ਸਮਾਪਤੀ ਹੋ ਗਈ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਇੱਥੇ ਹੀ ਸਮਾਪਤੀ ਹੈ ਜੀ। ਗਇਓ ਸੰਗਲਾ ਦੀਪ ਸਥਾਨਾ ਬਹੁਰ ਭਗੀਰਥ ਕੋ ਗੁਨਖਾਨਾ ਆਇਸ ਦੀਨ ਸਦਨ ਅਬਜਾਵਹੁ ਹਿਰਦੈ ਸਦਾ ਨਾਮ ਲਿਵ ਲਾਵਹੁ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਮੂਲੇ ਕੋ ਪ੍ਰਸੰਗ ਲਖਮੀ ਦਾਸ ਜਨਮ ਮਨ ਸੁਖ ਭਗੀਰਥ ਗਮਨ ਪ੍ਰਸੰਗ ਵਰਨਨ ਨਾਮ 30ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।